ਸਾਨੂੰ ਜੈਮਸੀ ਦੀ ਜੈਮਸੀ ਹਾਂਜੀ ਪ੍ਰਤਕਵਾਲ ਜੀ, ਆਪਾਂ ਬਾਈਬਲ ਸਟੱਡੀ ਕੀਤੀ ਹੈਗੀ ਆ ਕੋਈ ਪਵਿੱਤਰ ਆਤਮਾ ਦੇ ਜਿਹੜੇ 9 ਗਿਫਟ ਹਨ, ਤੋਹਫੇ ਹਨ, ਦਾਤਾਂ ਹਨ, ਹਾਂਜੀ, ਅਤੇ ਉਹਨਾਂ ਦੇ ਬਾਰੇ ਕੀਤੀ ਹੈਗੀ ਆ, ਉਹਨਾਂ ਦੀ ਕਿਉਂ ਜ਼ਰੂਰੀ ਹੈਗੀ ਆ, ਉਹਨਾਂ ਦੀ ਕੀ ਜ਼ਰੂਰਤ ਹੈਗੀ ਆ, ਹਾਂਜੀ, ਅਤੇ ਆਪਾਂ ਮਤਲਬ ਕੀ ਮਕਸਦ ਕੀ ਆ, ਹਾਂਜੀ। ਅਤੇ ਹੁਣ ਆਪਾਂ ਉਹਨਾਂ ਦੀ ਸਾਰੇ ਜਿਹੜੇ ਪਵਿੱਤਰ ਆਤਮਾ ਦੇ ਗਿਫਟ ਤੋਹਫੇ ਦਾਤਾਂ ਹਨ ਜਿਹੜੇ, ਹਾਂਜੀ 9 ਜਿਹੜੇ ਹਨ, ਉਹਨਾਂ ਦੀਆਂ ਕਿਸਮਾਂ ਦੇ ਬਾਰੇ ਉਹਨਾਂ ਨੂੰ ਹੋਰ ਥੋੜ੍ਹਾ ਹੋਰ ਆਪਾਂ ਡਿਟੇਲ ਦੇ ਵਿੱਚ ਚੱਲਦੇ ਹਾਂ ਜੀ। ਠੀਕ ਹੈ ਜੀ, ਹਾਂਜੀ। ਹਾਲੇਲੂਇਆ, ਜੈ ਮਸੀਹ ਦੀ। ਦੇਖੋ ਜਿੰਜ ਆਪਾਂ ਪਹਿਲਾ ਕਰੰਥੀਆਂ 1 Corinthians ਚੈਪਟਰ 12 8 to 10 ਦੇ ਵਿੱਚ 9 ਆਪਾਂ ਪੜ੍ਹਦੇ ਨੇ ਫਿਰ ਦੁਬਾਰਾ ਜੀ। ਹਾਂਜੀ, ਇਹ ਨਵੀਂ ਰਿਕਾਰਡਿੰਗ ਹੈਗੀ ਹੈ। ਉਹ ਅੱਛਾ, ਹਾਂਜੀ ਜੀ, ਵਿੱਚ ਵੀ ਪੜ੍ਹਦੇ ਨੇ। ਸੋ ਇਹ ਦਾਤਾਂ ਜਾਂ ਗਿਫਟਸ ਜਾਂ ਉਹਨੂੰ ਕਹਿ ਲਓ ਨਿਯਮਤਾਂ ਦੇ ਬਾਰੇ 'ਚ ਪਾਕ ਰੂਹ ਦੀਆਂ, ਠੀਕ ਹੈ, ਆਪਾਂ ਇਹਨਾਂ ਦੀ ਗੱਲ ਕਰ ਰਹੇ ਹੈਗੇ ਜੀ। ਇਹਦੇ ਵਿੱਚ ਲਿਖਿਆ ਹੈ ਹਵਾਲਾ ਹਾਂ, ਪਹਿਲਾ ਕਰੰਥੀਆਂ 12 ਦੀ 8 ਤੋਂ ਹਾਂਜੀ 10 ਤੱਕ, ਹਾਂਜੀ। ਉਸ ਵਿੱਚ ਲਿਖਿਆ ਹੈਗਾ, ਇੱਕ ਨੂੰ ਆਤਮਾ ਦੇ ਰਾਹੀਂ ਗਿਆਨ ਹਾਂਜੀ ਦੀ ਗੱਲ ਪ੍ਰਾਪਤ ਹੁੰਦੀ ਹੈ, ਅਤੇ ਦੂਏ ਨੂੰ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ, ਹਾਂਜੀ। ਫਿਰ ਤੇ 9ਵੀਂ ਆਇਤ ਵਿੱਚ ਲਿਖਿਆ ਹੈ, ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨਿਸ਼ਚਾ ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨਰੋਇਆ ਕਰਨ ਦੀਆਂ ਦਾਤਾਂ, ਹਾਂਜੀ। ਅਤੇ 10ਵੀਂ ਆਇਤ ਵਿੱਚ ਲਿਖਿਆ ਹੈਗਾ, ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਅਤੇ ਹੋਰ ਕਿਸੇ ਨੂੰ ਅਗੰਮ ਵਾਕ, ਅਤੇ ਹੋਰ ਕਿਸੇ ਨੂੰ ਆਤਮਾ ਦੇ ਪਛਾਣ, ਅਤੇ ਹੋਰ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ, ਅਤੇ ਹੋਰ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨਾ, ਹਾਂਜੀ। ਅਤੇ 11ਵੀਂ ਵਿੱਚ ਲਿਖਿਆ ਹੈ, ਇਹ ਸਭ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ। ਇਹ ਹਾਂ, ਹਾਂਜੀ, ਇਹ ਮੈਂ ਅੱਛਾ, ਇਹ ਹੁਣ 9 ਜਿਹੜੇ ਦਾਤਾਂ ਨੇ ਨਾ, ਇਹ ਦਾਤਾਂ ਜਾਂ ਗਿਫਟਸ ਜਾਂ ਨਿਯਮਤਾਂ, ਇਹਨਾਂ ਨੂੰ ਸਮਝਣ ਦੇ ਲਈ ਅਸੀਂ ਕੁਝ ਗਰੁੱਪਸ ਵਿੱਚ ਇਹਨਾਂ ਨੂੰ ਵੰਡ ਲੈਂਦੇ ਹਾਂ। ਸੋ 3 ਗਰੁੱਪਸ ਵਿੱਚ 3 ਦਾਤਾਂ ਜਾਂ 3 ਨਿਯਮਤਾਂ ਨੂੰ ਦੇਖਦੇ ਹਾਂ। ਅੱਛਾ, ਇਹ ਚੂੰਕਿ ਸਵਾਲ ਤੁਹਾਡਾ ਹੈ ਕਿ ਇਹ ਕੀ ਲਿਖਿਆ, ਕਿੰਨੀਆਂ ਕਿਸਮਾਂ ਦੀਆਂ। ਨੰਬਰ 1, ਇਹਨੂੰ ਅਗਰ ਦੇਖਿਆ ਜਾਏ ਵਚਨ ਵਿੱਚੋਂ, ਤੁਹਾਡੇ ਹਿਸਾਬ ਨਾਲ ਇਹ ਜਿਹੜੀਆਂ 9 ਗਿਫਟ ਹਨ ਆਪਾਂ ਜਿਹੜੇ ਪੜ੍ਹੇ ਹਨ, ਇਹਨਾਂ ਨੂੰ ਆਪਾਂ 3 ਹਿੱਸਿਆਂ ਵਿੱਚ ਬਣ ਸਕਦੇ, ਸਮਝਣ ਦੇ 3 ਗਰੁੱਪ ਬਣ ਸਕਦੇ। ਹਾਂ, ਠੀਕ ਹੈ। ਨੰਬਰ 1 ਜਿਹੜਾ ਹੈਗਾ ਉਹਨੂੰ ਕਹਿੰਦੇ ਨੇ ਭਈ ਵੋਕਲ ਗਿਫਟਸ ਨੇ, ਜਿਨ੍ਹਾਂ ਦਾ ਤਲਕ ਸਾਡੇ ਗਲੇ ਜਾਂ ਆਵਾਜ਼ ਨਾਲ, ਠੀਕ ਹੈ, ਬਿਲਕੁਲ ਉਹੀ ਆਵਾਜ਼ ਜਿਹੜੀ ਅਸੀਂ ਬੋਲਨੇ ਬੋਲ ਕੇ ਕਰਦੇ ਹਾਂ। ਨੰਬਰ 1 ਅੰਗਰੇਜ਼ੀ 'ਚ ਇਹਨੂੰ ਕਿਹਾ ਗਿਆ ਟੰਗਸ, ਠੀਕ ਹੈ, ਯਾਨੀ ਜ਼ੁਬਾਨਾਂ, ਜਿਹਨੂੰ ਕਹੋ ਵੱਖ-ਵੱਖ ਦੀਆਂ ਬੋਲੀਆਂ। ਇਹ ਇਸ ਵੋਕਲ ਗਿਫਟਸ ਵਿੱਚ ਇੱਕ ਇਹ ਆਉਂਦਾ। ਦੂਸਰਾ ਜਿਹੜਾ ਹੈ ਉਹਨੂੰ ਕਹਿ ਲਓ ਕਿ ਇੰਟਰਪ੍ਰੀਟੇਸ਼ਨ ਆਫ ਟੰਗਸ, ਯਾਨੀ ਕਿ ਜ਼ੁਬਾਨਾਂ ਦਾ ਤਰਜਮਾ ਜਾਂ ਬੋਲੀਆਂ ਦੇ ਅਨੁਵਾਦ ਕਹਿ ਲਓ। ਹਾਂਜੀ, ਬੋਲੀ ਦਾ ਅਨੁਵਾਦ, ਵੱਖਰੀਆਂ ਬੋਲੀਆਂ, ਅਤੇ ਜਿਹੜੀਆਂ ਫਿਰ ਉਹਨਾਂ ਦਾ ਫਿਰ ਟ੍ਰਾਂਸਲੇਸ਼ਨ, ਅਨੁਵਾਦ, ਤੇ ਮਤਲਬ ਇਹ ਕੀ ਕਿਹਾ, ਇਹ ਵੋਕਲ ਗਿਫਟ ਵਿੱਚ ਇਹ ਵੀ ਦੂਸਰਾ। ਤੀਸਰਾ ਜਿਹੜਾ ਹੈ ਉਹਨੂੰ ਕਹਿੰਦੇ ਨੇ ਪ੍ਰੋਫਸੀ, ਜਾਂ ਉਹਨੂੰ ਕੀ ਕਹਿ ਲਓ ਭਵਿੱਖਬਾਣੀ ਜਾਂ ਭਵਿੱਖਬਾਣੀ, ਨਬੂਵਤ, ਜਾਂ ਉਹਨੂੰ ਕਹਿ ਲਓ ਸੰਦੇਸ਼ ਦੇਣ ਦੀ ਸ਼ਕਤੀ, ਜਾਂ ਮਤਲਬ ਹੈ ਜਿਹੜੀ ਹੈਗੀ, ਠੀਕ ਹੈ, ਹਾਂਜੀ, ਬਿਲਕੁਲ। ਅੱਛਾ, ਇਹ ਇੱਕ ਗਰੁੱਪ ਹੈ, ਠੀਕ ਹੈ, ਕਿਹੜਾ, ਜਿਨ੍ਹਾਂ ਦਾ ਤਲਕ ਗਲੇ ਨਾਲ, ਅੱਛਾ, ਜਿਹੜੇ ਬੋਲ ਕੇ। ਅੱਛਾ, ਹੁਣ 3 ਗਰੁੱਪ, 3 ਦਾਤਾਂ ਦਾ, 3 ਨਿਯਮਤਾਂ ਜਾਂ ਗਿਫਟਸ ਦਾ ਇੱਕ ਗਰੁੱਪ ਹੋਰ ਹੈ, ਜਿਹੜੇ ਗੁਪਤ ਤੌਰ 'ਤੇ ਬਿਲੀਵਰਸ ਦੇ ਅੰਦਰ ਆਪਰੇਟ ਹੁੰਦੇ ਨੇ, ਯਾਨੀ ਮੁਕਾਸ਼ਫਾਤੀ, ਰੈਵੋਲੇਸ਼ਨਲ ਗਿਫਟਸ, ਠੀਕ ਹੈ, ਇਹਨੂੰ ਥੋੜ੍ਹਾ ਜਿਹਾ ਬਿਆਨ ਕਰ ਦਿਓ। ਜਿਹੜੇ ਇੰਜ ਸਾਹਮਣੇ ਨਜ਼ਰ ਨਹੀਂ ਆਉਣਗੇ, ਵਿਸ਼ਵਾਸੀ ਦੇ ਅੰਦਰ ਹੀ ਹੈ, ਠੀਕ ਹੈ, ਗੁਪਤ ਤਰੀਕੇ ਨਾਲ, ਉਹ ਗੁਪਤ ਤਰੀਕੇ ਦੇ ਨਾਲ ਅੰਦਰ ਉਹ ਭੇਦ ਖੋਲ੍ਹਦੇ, ਗੁੱਝੇ ਭੇਦ, ਉਹਨੂੰ ਹੀ ਪਤਾ ਹੁੰਦਾ ਹੈ, ਭਾਵੇਂ ਲੋਕਾਂ 'ਚ ਬੈਠਾ ਜਿੱਥੇ ਗਿਆ। ਨੰਬਰ 1 ਉਹਦੇ ਵਿੱਚ ਕਰ ਲਓ ਵਰਡ ਆਫ ਵਿਜ਼ਡਮ, ਜਿਹੜੀ ਹੈ ਨਾ, ਜਿਹਨੂੰ ਕਰ ਲਓ ਹਿਕਮਤ ਦਾ ਕਲਾਮ, ਬੁੱਧੀ ਨਾਲ ਬੋਲਣ ਦੀ ਦਾਤ, ਬੁੱਧੀ ਨਾਲ,
ਹਨਾ, ਬੋਲਣ ਦੀ ਦਾਤ, ਇਹ ਵੀ ਗੁਪਤ ਦੇ ਵਿੱਚ ਆਉਂਦਾ। ਦੂਸਰਾ ਜਿਹੜਾ ਹੈ ਨਾ, ਜਿਹਨੂੰ ਉਰਦੂ 'ਚ ਕਹਿੰਦੇ ਨੇ ਹਿਕਮਤ ਕਾ ਕਲਾ, ਅਲਮੀਅਤ ਕਾ ਕਲਾ, ਠੀਕ ਹੈ, ਉਹ ਜਿਹੜਾ ਹੈਗਾ ਵਰਡ ਆਫ ਨੌਲੇਜ ਹੈਗਾ, ਠੀਕ ਹੈ, ਯਾਨੀ ਕਿ ਗਿਆਨ ਭਰਿਆ ਉਪਦੇਸ਼ ਉਹਨੂੰ ਕਹਿ ਲਓ ਪੰਜਾਬੀ 'ਚ, ਠੀਕ ਹੈ। ਤੇ ਤੀਸਰਾ ਜਿਹੜਾ ਹੈ ਇਹ ਇਹਨੂੰ ਡਿਸਰਨਿੰਗ ਆਫ ਸਪਿਰਿਟ ਕਹਿ ਲਓ, ਯਾਨੀ ਰੂਹਾਂ ਆਤਮਾਵਾਂ ਦੇ ਭੇਤ ਇੱਕਦਮ, ਹੈ ਨਾ, ਰੂਹਾਂ ਦਾ ਇਮਤਿਆਜ਼, ਮਤਲਬ ਚੰਗੇ ਮਾੜੇ ਕਿ ਭਈ ਇਹ ਬੰਦਾ ਪਹਿਲਾਂ ਹੈ ਨਾ ਕਿ ਇਹ ਠੀਕ ਹੈ ਨਹੀਂ, ਅੰਦਰੋਂ ਭੇਤ ਖੁੱਲ੍ਹਦਾ, ਇਹ ਖਾਮੋਸ਼ੀ ਨਾਲ ਆਪਰੇਟ ਹੁੰਦੇ, ਇਹ ਅੰਦਰ ਹੁੰਦੇ। ਹਾਂਜੀ। ਫਿਰ ਤੀਸਰਾ ਗਰੁੱਪ ਜਿਹੜਾ ਹੈ, ਹੁਣ 6 ਦਾਤਾਂ ਹੋ ਗਈਆਂ, ਹੁਣ ਪਹਿਲੇ ਵੋਕਲ 'ਚ ਹੋ ਗਈਆਂ 3 ਤੇ ਹੋ ਗਏ ਗੁਪਤ ਜਾਂ ਜਿਹੜੀਆਂ ਖਾਮੋਸ਼ੀ 'ਚ ਆਪਰੇਟ ਹੁੰਦੀਆਂ ਨੇ। ਤੀਸਰਾ ਜਿਹੜਾ ਹੈ ਉਹਨੂੰ ਕਹਿੰਦੇ ਨੇ ਸ਼ਕਤੀਸ਼ਾਲੀ ਜਾਂ ਪਾਵਰ ਗਿਫਟਸ, ਯਾਨੀ ਉਹਨੂੰ ਕਹਿ ਲਓ ਨੰਬਰ 1 ਫੇਥ ਯਾਨੀ ਵਿਸ਼ਵਾਸ ਜਾਂ ਈਮਾਨ, ਹੈ ਨਾ, ਇਹ ਸ਼ਕਤੀਸ਼ਾਲੀ ਵਿੱਚ ਆਉਂਦੇ ਨੇ। ਨੰਬਰ 2 ਇਹਦੇ ਵਿੱਚ ਕਰ ਲਓ ਹੀਲਿੰਗ ਕਹਿ ਲਓ, ਕੀ ਕਹਿ ਲਓ, ਚੰਗਿਆਈ ਦੇਣ ਦੀ ਕਰਾਮਾਤ, ਜਾਂ ਸ਼ਿਫਾ, ਬਿਮਾਰਾਂ ਨੂੰ ਚੰਗੇ ਕਰਨ ਦੀ। ਤੇ ਤੀਸਰਾ ਜਿਹੜਾ ਹੈ ਪਾਵਰ ਗਿਫਟਸ ਵਿੱਚ ਆ ਜਾਂਦਾ ਹੈ ਮਿਰੇਕਲਸ, ਜਿਹਨੂੰ ਤੁਸੀਂ ਕਹਿ ਲਓ ਮੌਜਜ਼ੇ ਹੋਣੇ, ਹੈ ਨਾ, ਮੌਜਜ਼ਾ ਹੋ ਜਾਣਾ, ਮਿਰੇਕਲ, ਚਮਤਕਾਰ। ਸੋ ਚਮਤਕਾਰ ਕਰਨ ਦੀ ਦਾਤ ਕਹਿ ਲਓ, ਇਹ ਨੇ, ਇਹ 3 ਜਿਹੜੇ ਨੇ ਇਹ ਗਰੁੱਪ ਜਿਹੜੇ ਨੇ ਇਹ ਬਾਈਬਲ ਦੇ ਵਿੱਚ, ਇਹਨੂੰ ਅਸੀਂ ਦੇਖਦੇ ਹਾਂ ਸਮਝਣ ਲਈ। ਪਰ ਇਹ ਜਿਹੜੇ ਆਪਾਂ ਪਹਿਲਾ ਕਰੰਥੀਆਂ 12 ਦੀ 8 ਤੋਂ 10 ਦੇ ਵਿੱਚ ਇਹ 3 ਇਹ ਸਾਰੇ ਇਹ ਆ ਜਾਂਦੇ ਆ, ਹਨਾ, ਇਹ ਸਾਰੇ ਉਹਦੇ ਵਿੱਚ ਨੇ। ਇਹਨਾਂ ਇਹ 2-3 ਆਇਤਾਂ ਦੇ ਵਿੱਚ ਇਹ 9 ਗਿਫਟ ਹੋ ਗਏ ਜਿਹੜੇ ਕਿ ਅਸੀਂ ਦੇਖ ਲੈਂਦੇ। ਇਸ ਲਈ ਇਹ ਜਿਹੜੀ ਹੁਣ ਇਹ ਗੱਲ ਯਾਦ ਰੱਖਣੀ ਹੈ ਕਿ ਇਹ ਉਹੀ ਗੱਲ ਹੈ ਕਿ ਇਹ ਗਿਫਟ ਸੁਪਰ ਕ੍ਰਿਸਚਨ ਨਹੀਂ ਬਣਾਉਂਦੇ ਕਿ ਅਸੀਂ ਆਪਣੇ ਆਪ ਵਿੱਚ ਹੰਕਾਰ ਕਰੀਏ ਜਾਂ ਕਹੀਏ ਭਾਈ ਜੀ ਉਹ ਦੂਜੇ ਦੇ ਗੁਨਾਹਗਾਰ ਨੇ, ਦੂਜੇ ਤੇ ਬਲੀਵਰ ਹੀ ਨਹੀਂ ਨੇ, ਹੈ ਨਾ, ਜਾਂ ਅਸੀਂ ਕਹੀਏ ਬਸ ਅਸੀਂ ਹੀ ਕੀ ਕਹਿੰਦੇ ਨਜਾਤ ਯਾਫਤਾ ਵਾਂ, ਕੀ ਕਹਿੰਦੇ ਅਸੀਂ ਵੀ ਸਾਨੂੰ ਮੁਕਤੀ ਮਿਲੀ, ਦੂਸਰਿਆਂ ਨੂੰ ਬਾਕੀਆਂ ਨੂੰ ਮਿਲੀ। ਸੋ ਇਹ ਜਿਹੜੇ ਨੇ ਇਹ ਇਸ ਲਈ ਨੇ ਕਿ ਕਲੀਸਿਆ ਦੀ ਤਰੱਕੀ। ਦੇਖੋ ਜੀ, ਇਹ ਦਾਤਾਂ ਦਾ ਮਕਸਦ ਇਸ ਲਈ ਹੈ ਕਿ ਪਹਿਲਾ ਕਰੰਥੀਆਂ 14 ਦੀ 12 'ਚ ਲਿਖਿਆ ਹੈ, ਜਿਹੜਾ ਕਿ ਤੁਸੀਂ ਜ਼ਰੂਰ ਪੜ੍ਹ ਦਿਓ, ਕਿ ਭਈ ਇਹ ਦਾਤਾਂ ਜਿਹੜੀਆਂ ਨੇ ਇਹ ਕਲੀਸਿਆ ਦੀ ਅਫਜ਼ੂਨੀ ਲਈ ਜਾਂ ਐਡੀਫਿਕੇਸ਼ਨ ਲਈ ਹੁੰਦੀਆਂ ਨੇ। ਇਹ ਜ਼ਰਾ ਪੜ੍ਹ ਦਿਓ। ਇਹ ਨਹੀਂ ਜੇ ਭਈ ਅਸੀਂ ਆਖੀਏ ਭਈ ਮੇਰੇ ਕੋਲ ਨੇ ਤਾਂ ਮੈਂ ਸੁਪਰ ਕ੍ਰਿਸਚਨ ਹਾਂ, ਉਹਨਾਂ ਹੀ ਇਹ ਸਾਨੂੰ ਇਸ ਲਈ ਇਹ ਕਰਨਾ ਚਾਹੀਦਾ ਕਿ ਚਰਚ ਤਰੱਕੀ ਕਰੇ, ਉਹਦੇ ਫਾਇਦੇ ਲਈ ਹੋਵੇ। ਜੀ ਬਿਲਕੁਲ ਜੀ। ਪਹਿਲਾ ਕਰੰਥੀਆਂ 14 ਦੀ 12 ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸੇ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਨਾਂ ਨੂੰ ਲੋਚਦੇ ਹੋ ਤਾਂ ਯਤਨ ਕਰੋ ਜੋ ਕਲੀਸਿਆ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ। ਕਲੀਸਿਆ ਦੇ ਲਾਭ ਲਈ, ਉਹ ਕਹਿੰਦੇ ਤੁਸੀਂ ਜੋ ਦਾਤਾਂ ਲੋਚਦੇ ਹੋ ਉਹ ਇਸ ਲਈ ਲੋਚੋ ਕਿ ਕਲੀਸਿਆ ਦੀ ਤਰੱਕੀ ਦੇ ਲਈ। ਇਹ ਨਹੀਂ ਜੇ ਬੋਲੇ ਮੇਰੇ ਕੋਲ ਦਾਤਾਂ ਨੇ, ਮੈਂ ਆਪਣੀ ਮਸ਼ਹੂਰੀ ਵੀ ਮੈਂ ਵੱਲੋਂ ਕੀ ਵਾਹ ਜੀ ਵਾਹ, ਆਪਣੀ ਵਾਹ ਦੇ ਲਈ ਨਹੀਂ, ਕਲੀਸਿਆ ਦੀ ਤਰੱਕੀ, ਕਲੀਸਿਆ ਦੀ। ਜੇ ਉਸ ਦਾਤ ਦਾ ਗਿਫਟ ਦਾ ਬੋਡੀ ਆਫ ਕ੍ਰਾਈਸਟ ਨੂੰ, ਯਿਸੂ ਦੇ ਬਦਨ ਨੂੰ ਫਾਇਦਾ ਨਹੀਂ ਹੋ ਰਿਹਾ ਤੇ ਉਹ ਕਾਹਦੇ ਲਈ ਨੇ ਜੀ? ਇਹ ਬਾਈਬਲ ਦੱਸ ਰਹੀ ਹੈ। ਬਿਲਕੁਲ, ਠੀਕ ਹੈ। ਇਸ ਲਈ ਇਹ ਜਿਨ੍ਹਾਂ ਕੋਲ ਹੈ ਨੇ ਉਹ ਇਹਨੂੰ ਕਲੀਸਿਆ ਦੀ ਤਰੱਕੀ ਲਈ ਯੂਜ਼ ਕਰਨੀਆਂ ਨੇ। ਠੀਕ ਹੈ ਸਰ? ਬਿਲਕੁਲ। ਅੱਛਾ, ਹੁਣ ਇਹ ਜਿਹੜਾ ਅੱਗੇ ਇੱਕ ਨੂੰ ਵੇਖ ਲਈਏ ਛੇਤੀ। ਬਿਲਕੁਲ ਜੀ। ਠੀਕ ਹੈ। ਸੋ ਪਹਿਲਾ ਗਰੁੱਪ ਆ ਜਾਓ ਤੇ ਵੇਖਾਂਗੇ ਜਿੰਨੇ ਹੋ ਸਕੇ। ਸੋ ਪਹਿਲਾ ਗਰੁੱਪ ਇਹਨੂੰ ਕਰ ਲਓ ਵੋਕਲ ਗਿਫਟਸ। ਇਹ ਫਿਰ ਪੰਜਾਬੀ 'ਚ ਵੀ ਤੁਸੀਂ ਬਿਆਨ ਕਰ ਦਿਓ, ਜਿਨ੍ਹਾਂ ਦਾ ਤਲਕ ਬੋਲ ਕੇ ਬੋਲਣਾ। ਇਹ ਗਿਫਟ ਉਹ ਨੇ ਜਿਹੜੇ ਬੋਲੇ ਜਾਂਦੇ ਨੇ। ਠੀਕ ਹੈ। ਜਿਹੜੀਆਂ ਜਿੱਦਾਂ ਜ਼ੁਬਾਨਾਂ ਬੋਲਦੇ ਆ, ਉਹਨਾਂ ਦੀ ਇੰਟਰਪ੍ਰੀਟੇਸ਼ਨ ਹੋ ਗਈ ਜਾਂ ਪ੍ਰੋਫੈਸੀ ਹੋ ਗਈ, ਜਿਹੜੀ ਮੂੰਹ ਨਾਲ ਹੁੰਦੇ ਬੋਲ ਕੇ ਜੀ। ਤੇ ਚੂੰਕਿ ਕਲੀਸਿਆ ਦੀ ਬੜੋਤੀ ਲਈ ਨੇ
ਤੇ ਇਸ ਲਈ ਉਹ ਇਹ ਚੀਜ਼ਾਂ 'ਚ ਕਲੀਸਿਆ ਨੂੰ ਵੀ ਫਾਇਦਾ ਹੋਣਾ ਚਾਹੀਦਾ। ਇੱਥੇ ਇੱਕ ਗੱਲ ਨੂੰ ਨੋਟ ਕਰੀਏ ਕਿ ਇਹ ਜਿਹੜੀ ਹੁਣ ਅਸੀਂ ਨੰਬਰ 1 ਅਸੀਂ ਟੰਗਸ ਦੇ ਬਾਰੇ 'ਚ ਗੱਲ ਕਰ ਰਹੇ ਹਾਂ, ਕਿ ਉਹਨੂੰ ਕਹਿ ਲਓ ਗੈਰ ਭਾਸ਼ਾ ਦੇ ਬਾਰੇ, ਇਹ ਮੇਨ ਟੌਪਿਕ ਹੈਗਾ। ਇਹ ਇੱਕ ਗੱਲ ਨੂੰ ਅਸੀਂ ਨੋਟ ਕਰੀਏ, ਇੱਥੇ ਗੈਰ ਭਾਸ਼ਾਵਾਂ ਨੇ, ਗੈਰ ਭਾਸ਼ਾ ਨਹੀਂ, ਟੰਗਸ ਨੇ, ਟੰਗ ਨਹੀਂ। ਠੀਕ ਹੈ, ਗੈਰ ਭਾਸ਼ਾਵਾਂ ਤੇ ਮਤਲਬ ਇਹ ਇੱਕ ਤੋਂ ਜ਼ਿਆਦਾ ਹੈ। ਹਾਂਜੀ, ਤੇ ਖੁਦਾ ਦਾ ਕਲਾਮ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜੇ ਪਲੂਰਲ ਨੇ, ਇੱਕ ਤੋਂ ਜ਼ਿਆਦਾ ਨੇ, ਤੇ ਇੱਕ ਇਹਦੇ ਵਿੱਚ ਕਿਸਮਾਂ ਹੈਗੀਆਂ ਨੇ, ਹੈ ਬਿਲਕੁਲ ਜੀ। ਠੀਕ ਹੈ। ਨੰਬਰ 1 ਕਿ ਬਾਈਬਲ ਦੱਸਦੀ ਹੈ, ਦੇਖੋ ਜੀ ਅਸੀਂ ਆਪਣੇ ਕੋਲੋਂ ਨਹੀਂ, ਇਹ ਬਾਈਬਲ ਦੱਸਦੀ ਹੈ, ਪਹਿਲਾ ਕਰੰਥੀਆਂ 13 ਦੀ ਪਹਿਲੀ ਆਇਤ ਵਿੱਚ ਲਿਖਿਆ ਹੈ ਕਿ ਜੇ ਮੈਂ ਆਦਮੀਆਂ ਤੇ ਫਰਿਸ਼ਤਿਆਂ ਦੀਆਂ ਬੋਲੀਆਂ ਬੋਲਾਂ ਤੇ ਪ੍ਰੇਮ ਨਾ ਰੱਖਾਂ ਤੇ ਮੈਂ ਠੰਠਨਾਤਾ ਪਿੱਤਲ ਤੇ ਝੰਝਨਾਤੀ ਜਹਾਜ਼, ਐਵੇਂ ਸ਼ੋਰ ਹੀ ਹੈ। ਸੋ ਨੰਬਰ 1 ਅਸੀਂ ਇਹ ਦੇਖਿਆ ਕਿ ਫਰਿਸ਼ਤਿਆਂ ਦੀ ਵੀ ਲੈਂਗੁਏਜ ਹੈ। ਯਾਨੀ ਇਹ ਨਹੀਂ ਕਿ ਜਦੋਂ ਫਰਿਸ਼ਤੇ ਆਪਸ ਵਿੱਚ ਗੱਲਬਾਤ ਕਰਦੇ ਨੇ ਜਾਂ ਕਮਿਊਨੀਕੇਸ਼ਨ ਕਰਦੇ ਨੇ ਤੇ ਅੱਖਾਂ ਨਾਲ ਜਾਂ ਇਸ਼ਾਰਿਆਂ ਨਾਲ ਹੀ, ਉਹਨਾਂ ਦੀ ਵੀ ਇੱਕ ਬੋਲੀ ਹੈ। ਪਰ ਉਹ ਜਿਹੜੀ ਦੁਨਿਆਵੀ ਬੋਲੀ ਉਹ ਤੋਂ ਵੱਖਰੀ ਹੈ, ਜਿਹੜੀ ਵੱਖਰੀ ਹੈ ਨਾ, ਵੱਖਰੀ ਹੈ। ਤੇ ਉਹ ਕਹਿੰਦਾ ਜੇ ਮੈਂ ਫਰਿਸ਼ਤਿਆਂ ਦੀ ਵੀ ਬੋਲੀਆਂ ਬੋਲਾਂ, ਯਾਨੀ ਇਹ ਫਰਿਸ਼ਤਿਆਂ ਦੀ ਬੋਲੀਆਂ ਅਸੀਂ ਬੋਲ ਸਕਦੇ ਹਾਂ। ਠੀਕ ਹੈ, ਇਨਸਾਨ ਨੂੰ ਇਹ ਸਾਰੀਆਂ ਦਿੱਤੀਆਂ ਗਈਆਂ ਨੇ ਕਿ ਉਹ ਬੋਲ ਸਕਦਾ ਹੈ। ਸੋ ਬੋਲੀਆਂ ਨੇ, ਤਾਂ ਹੀ ਅਸੀਂ ਇਸ ਪਾਸੇ ਆ ਰਹੇ। ਠੀਕ ਹੈ, ਹੁਣ ਨੰਬਰ 2 ਜਿਹੜੀ ਇਹਦੀ ਬਾਈਬਲ ਵਿੱਚ ਦੱਸੀ ਗਈ ਹੈ, ਗੱਲ ਤੇ ਗੈਰ ਜ਼ੁਬਾਨ ਹੈ, ਫਰਿਸ਼ਤਿਆਂ ਦੀ ਵੀ ਗੈਰ ਜ਼ੁਬਾਨ ਹੈ। ਇਹ ਜਿਹੜੀ ਸਾਡੇ ਗੈਰ ਜ਼ੁਬਾਨ ਹੋਵੇ ਜਿਹੜੀ ਸਾਡੇ ਸਮਝ ਵਿੱਚ ਨਾ ਹੋਵੇ। ਠੀਕ ਹੈ, ਅੱਛਾ, ਮੈਨ ਦੀ ਜਿਹੜੀ ਜ਼ੁਬਾਨ ਹੋ ਗਈ, ਇਨਸਾਨਾਂ ਦੀ ਜ਼ੁਬਾਨ, ਜਿੱਦਾਂ ਸਮਝ ਲਓ ਜੇ ਅਸੀਂ ਹੁਣ ਪੰਜਾਬੀ ਬੋਲਦੇ ਹੈਗੇ ਤਾਂ ਕੋਈ ਜਰਮਨ ਦੀ ਲੈਂਗੁਏਜ ਜਾਂ ਜਾਪਾਨ ਦੀ ਲੈਂਗੁਏਜ ਕੋ ਹੋਵੇ ਹੈਗੀ ਤਾਂ ਉਹ ਵੀ ਇਨਸਾਨਾਂ ਦੀ ਹੈ, ਇਨਸਾਨਾਂ ਦੀ, ਪਰ ਉਹ ਸਾਨੂੰ ਨਹੀਂ ਸਮਝ ਲੱਗਦੀ, ਪਰ ਅਸੀਂ ਬੋਲ ਦਿੰਦੇ ਹਾਂ ਉਹ ਪਵਿੱਤਰ ਆਤਮਾ ਦੇ ਥਰੂ। ਇਹ ਤੁਹਾਡਾ ਮਤਲਬ ਹੈ। ਅੱਛਾ, ਦੂਸਰੀ ਜਿਹੜੀ ਹੈ ਨਾ, ਉਹਨੂੰ ਕਹਿੰਦੇ ਨੇ ਇਹ ਅਵਿਸ਼ਵਾਸੀਆਂ ਦੇ ਲਈ ਇਹ ਇੱਕ ਜ਼ੁਬਾਨ ਵੀ ਬੋਲੀ ਗਈ ਹੈ ਤੇ ਬੋਲੀ ਜਾਂਦੀ ਹੈ। ਇਹਨੂੰ ਕਹਿ ਲਓ ਡਿਫਰੈਂਟ ਨੇਸ਼ਨਸ ਦੇ ਲਈ ਇਹ ਜ਼ੁਬਾਨ ਜਿਹੜੀ ਹੈ ਨਾ, ਅਸੀਂ ਬਾਈਬਲ ਵਿੱਚ ਦੇਖਦੇ ਹਾਂ, ਯਾਨੀ ਡਿਫਰੈਂਟ ਨੇਸ਼ਨਸ ਜਿਹੜੇ ਅਨਬਿਲੀਵਰਸ ਨੇ, ਉਹ ਤਾਂ ਉਹ ਬੰਦਿਆਂ ਦੀ ਜ਼ੁਬਾਨ ਉਹ ਹੋ ਗਈ ਨਾ, ਉੱਥੇ ਆ ਗਈ ਜੀ। ਯਾਨੀ ਕਿ ਐਸੀ ਇਹਨਾਂ ਦਾ ਅਸੀਂ ਜ਼ਿਕਰ ਦੇਖੀਏ ਨਾ, ਇਹ ਚਲੋ ਇਹਦਾ ਇੰਝ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਚੇਲਿਆਂ ਦੇ ਕਰਤੱਵ 1 ਦੀ 13 ਤੇ 14 ਦੇ ਵਿੱਚ ਜਦੋਂ ਉਹ ਅਪਰ ਰੂਮ ਜਾਂ ਬਾਲਾਖਾਨੇ ਸਨ, ਕੌਣ, ਚੇਲੇ ਤੇ ਵਿੱਚ ਹੋਰ ਲੇਡੀਜ਼ ਵੀ ਸਨ, ਜਿਨ੍ਹਾਂ 'ਚ ਯਿਸੂ ਦੀ ਮਾਂ ਮਰੀਅਮ ਵੀ ਸੀ। ਠੀਕ ਹੈ, ਤੇ ਉੱਥੇ ਫਿਰ ਅਸੀਂ ਇਹ ਦੇਖਦੇ ਹਾਂ ਕਿ ਈਦੇ ਪੈਂਤੀਕੋਸਤ ਵਾਲੇ ਦਿਨ ਚੇਲਿਆਂ ਦੇ ਕਰਤੱਵ 2 ਦੀ 4 ਤੋਂ 6 ਦੇ ਵਿੱਚ ਇਹ ਸਾਰੇ ਲੋਕ ਬੋਲੀਆਂ ਬੋਲਣ ਲੱਗ ਪਏ। ਠੀਕ ਹੈ, ਇਹ ਜਦੋਂ ਬੋਲੀਆਂ ਬੋਲ ਰਹੇ ਸਨ ਤੇ ਚੇਲਿਆਂ ਦੇ ਕਰਤੱਵ ਤੇ ਇਹ ਅੱਗੇ ਤੁਸੀਂ ਚਲੇ ਜਾਓ ਤੇ 13 ਆਇਤ ਤੱਕ ਇਹ ਪੂਰਾ ਅਗਰ ਦੇਖੋ ਤੇ ਇਹਦੇ ਵਿੱਚ ਇਹ ਸੀ ਕਿ ਉੱਥੇ ਯਹੂਦੀ ਆਏ ਸਨ ਈਦ ਮਨਾਉਣ, ਕਿਹੜੀ, ਪੈਂਤੀਕੋਸਤ। ਉੱਥੇ ਆਏ ਤੇ ਜਦੋਂ ਇਹ ਚੇਲਿਆਂ ਦੇ ਕਰਤੱਵ 2 ਦੇ ਵਿੱਚ ਉੱਥੇ ਇਹ ਜਿਹੜੇ ਅਪਰ ਰੂਮ ਵਿੱਚ ਸਨ, ਇੱਥੇ ਨਾਂ ਲਿਖੇ ਦੇ ਨੇ, ਤੇ ਯਿਸੂ ਦੀ ਮਾਂ ਮਰੀਅਮ ਤੇ ਕੁਝ ਔਰਤਾਂ, ਇਹ ਸਾਰੇ ਜਿਹੜੇ ਨੇ ਇਹ ਗੈਰ ਜ਼ੁਬਾਨਾਂ 'ਚ ਬੋਲਣੇ ਸ਼ੁਰੂ ਹੋ ਗਏ। ਔਰ ਉੱਥੇ 17 ਮੁਲਕਾਂ ਕੋਲੋਂ ਜ਼ਿਆਦਾ ਕਿਸਮ ਦੇ ਜਿਹੜੇ ਹੈ ਯਹੂਦੀ ਸਨ, ਲੇਕਿਨ ਉਹ ਡਿਫਰੈਂਟ ਲੈਂਗੁਏਜਸ ਬੋਲਦੇ ਸਨ। ਇਹ ਜਦੋਂ ਇਹਨਾਂ ਬੋਲਿਆ ਤੇ ਉਹਨਾਂ ਸਾਰਿਆਂ ਹੈਰਾਨ ਹੋ ਕੇ ਕਿਹਾ, ਓਏ ਇਹ ਕੀ ਹੈ? ਇਹ ਲੋਕ ਤੇ ਗਲੀਲ ਦੇ ਨੇ, ਗਲੀਲੀ ਲੋਕ ਨੇ, ਇਹ ਸਾਡੀ ਮੁਲਕਾਂ ਦੀ ਭਾਸ਼ਾ ਕਿੰਝ ਬੋਲਣ ਦੇ ਨੇ। ਸੋ ਇਹ ਅਨਬਿਲੀਵਰਸ ਨੂੰ ਵੀ ਅਸੀਂ ਦੇਖਿਆ ਕਿ ਉਹਨਾਂ ਦੀਆਂ ਬੋਲੀਆਂ ਸ਼ਾਇਦ ਉਹਨਾਂ ਨੂੰ ਨਾ ਸਮਝ ਆ ਰਹੀ ਹੋਵੇ, ਬੋਲਣ ਵਾਲਿਆਂ ਨੂੰ ਜਿਨ੍ਹਾਂ ਉੱਤੇ ਬੋਲੀ ਜਾ ਰਹੀ ਉਹਨਾਂ ਨੂੰ ਸਮਝ ਆ ਰਹੀ ਸੀ। ਇਸ ਲਈ ਇਹ ਜੇ ਤੁਹਾਡਾ ਪਹਿਲਾ ਕਰੰਥੀਆਂ ਉਹਦੀ 14 ਦੀ, ਪਹਿਲਾ ਕਰੰਥੀਆਂ 1 ਦੀ
13 ਤੇ 14 ਜਾਂ 1 ਦੀ 1 ਤੋਂ 14 ਤੱਕ, ਤੇ ਦੂਸਰਾ ਪਹਿਲਾ ਕਰੰਥੀਆਂ 14 ਦੀ 22 ਆਇਤ ਦੇ ਵਿੱਚ ਕਿ ਇਹ ਅਵਿਸ਼ਵਾਸੀਆਂ ਲਈ ਨਿਸ਼ਾਨ ਹੈ। ਉਹ ਯਾਰ ਇਹ ਬੰਦੇ ਤੇ ਹੈ, ਇਹ ਤੇ ਫਲਾਣੀ ਮੁਲਕ ਦੇ ਨੇ, ਇਹ ਸਾਡੀ ਮੁਲਕ ਦੀ ਕਿੰਝ ਬੋਲ ਰਹੇ ਨੇ। ਇਹ ਫਿਰ ਅੱਗੇ ਅਸੀਂ ਇਹਦੇ ਵਿੱਚ ਦੇਖਾਂਗੇ, ਜੇ ਕੋਈ ਸਵਾਲ ਬਣੇ ਤੇ ਜ਼ਰੂਰ ਖੁੱਲ੍ਹ ਕੇ ਕਰਨੇ ਨੇ, ਠੀਕ ਹੈ। ਸੋ ਇਹ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਲਈ ਇਹ ਜਿਹੜੀ ਸੀ ਕੀ ਸੀ, ਨੇਸ਼ਨਸ ਜਾਂ ਅਨਬਿਲੀਵਰ ਲਈ ਅਵਿਸ਼ਵਾਸੀ। ਅੱਛਾ, ਹੁਣ ਇਹ ਤੀਸਰੀ ਜਿਹੜੀ ਹੈ, ਦੂਸਰੀ ਜਿਹੜੀ ਹੈ ਨਾ, ਇਹ ਵਿੱਚ ਕਿੰਨੇ ਤਰ੍ਹਾਂ ਦੀਆਂ ਜਵਾਨਾਂ ਹੈਗੀ ਸੀ ਆਪਾਂ? ਤੁਸੀਂ ਫਿਲਹਾਲ ਦੱਸਿਆ ਬਾਕੀ ਵੱਖਰੇ ਦੇਸ਼ਾਂ ਦੀਆਂ, ਤੇ ਦੂਸਰੀ ਦੱਸਿਆ ਤੁਸੀਂ ਪਹਿਲੀ ਜਿਹੜੀ ਸੀ ਨਾ, ਉਹ ਅਸੀਂ ਫਰਿਸ਼ਤਿਆਂ ਦੀ ਦੇਖੀ। ਫਰਿਸ਼ਤਿਆਂ ਦੀ ਹਾਲੇ ਨਹੀਂ, ਤੁਸੀਂ ਪਹਿਲਾਂ ਇਨਸਾਨਾਂ ਦੀ, ਦੇਸ਼ਾਂ ਦੀ ਪਹਿਲੇ ਅਸੀਂ ਬੋਲੀਏ ਪਹਿਲਾ ਕਰੰਥੀਆਂ 13 ਦੀ 1 ਫਰਿਸ਼ਤਿਆਂ ਦੀ ਲੈਂਗੁਏਜ, ਠੀਕ। ਸੈਕੰਡ ਅਸੀਂ ਬੋਲੀਏ ਅਨਬਿਲੀਵਰਸ ਅਵਿਸ਼ਵਾਸੀਆਂ ਲਈ ਬੋਲੀ ਜਾਂਦੀ ਹੈ, ਪਰ ਇਹ ਜਿਹੜੀ ਦੇਸ਼ਾਂ ਦੀ ਦੇ ਵਿੱਚ ਜਿਹੜੀ ਉਹਨਾਂ ਦੀ। ਅੱਛਾ, ਹੁਣ ਇਹ ਜਿਹੜੀ ਹੈ ਨਾ, ਹੁਣ ਫਿਰ ਇਸ ਤੋਂ ਬਿਨਾਂ ਹੋਰ ਵੀ ਹੈਗੇ ਜੀ। ਤੀਸਰੀ ਕਿਸਮ ਜਿਹੜੀ ਹੈ ਨਾ, ਉਹ ਇਹਨੂੰ ਕਹਿੰਦੇ ਨੇ ਪ੍ਰੇਅਰ ਲੈਂਗੁਏਜ। ਯਾਨੀ ਜਦੋਂ ਪਹਿਲਾ ਕਰੰਥੀਆਂ 14 ਦੀ 2 ਦੇ ਵਿੱਚ, ਇਹਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ, ਇਹਦੇ ਵਿੱਚ ਜਦੋਂ ਇਹ ਬੋਲੀ ਜਾਂਦੀ ਹੈ, ਪਵਿੱਤਰ ਆਤਮਾ ਸਾਡੀ ਆਤਮਾ ਦੇ ਨਾਲ ਮਿਲ ਕੇ ਭੇਤ ਦੀਆਂ ਗੱਲਾਂ ਕਰਦਾ, ਇਹਦੀ ਕੋਈ ਨਹੀਂ ਸਮਝ ਸਕਦਾ, ਨਾ ਸ਼ੈਤਾਨ ਨਾ ਕੋਈ ਹੋ। ਫਿਰ ਅੱਗੇ ਜਿੰਜ ਦੇ ਸਵਾਲ ਹੋਣਗੇ ਬਾਈਬਲ ਜਵਾਬ ਦੇਗੀ। ਪੜ੍ਹਦੇ ਨੇ ਜੀ। ਇਹ ਹੁਣ ਤੀਸਰੀ ਜਿਹੜੀ ਕਿਹੜੀ ਹੈ, ਪ੍ਰੇਅਰ ਲੈਂਗੁਏਜ, ਜਿੱਥੇ ਇੱਕ ਵਿਸ਼ਵਾਸੀ ਕਮਰਾ ਬੰਦ ਕਰਕੇ ਜਾਂ ਟੁਰਦਿਆਂ ਫਿਰਦਿਆਂ ਗੈਰ ਜ਼ਮਾਨਾ ਬੋਲਦਾ ਹੈ, ਤੇ ਉਹਨੂੰ ਨਹੀਂ ਪਤਾ ਹੁੰਦਾ ਕੀ ਬੋਲ ਰਿਹਾ, ਲੇਕਿਨ ਪਤਾ ਵੀ ਲੱਗ ਸਕਦਾ ਹੈ। ਬਾਅਦ ਵਿੱਚ ਗੱਲ ਕਰਾਂਗੇ, ਲਿਖ ਲਓ ਪਹਿਲਾ ਕਰੰਥੀਆਂ 12 ਦੀ 13 ਦੇ ਵਿੱਚ ਜੇ ਉਹ ਆਖੇ ਕੀ ਬੋਲਣ ਡਿਆ, ਉਹਦਾ ਟ੍ਰਾਂਸਲੇਸ਼ਨ ਵੀ ਮਿਲਦਾ। ਸੋ ਐਨੀਵੇ ਇਹ ਤੁਸੀਂ ਪੜ੍ਹਦੇ ਹੋ, ਪਹਿਲਾ ਕਰੰਥੀਆਂ 12 ਦੀ 13 ਜਾਂ ਪਹਿਲਾ ਕਰੰਥੀਆਂ 14 ਦੀ 13? 14 ਦੀ 13, ਹਾਂਜੀ। ਤੇ ਪਹਿਲਾਂ ਤੁਸੀਂ ਪੜ੍ਹਨਾ ਹੈ ਪਹਿਲਾ ਕਰੰਥੀਆਂ 14 ਦੀ 2 ਆਇਤ। ਹਾਂਜੀ, ਪਹਿਲਾ ਕਰੰਥੀਆਂ 14 ਦੀ 2 ਆਇਤ, ਪ੍ਰੇਅਰ ਲੈਂਗੁਏਜ। ਉਹਦੇ ਪਹਿਲਾ ਕਰੰਥੀਆਂ 14 ਦੀ 2 ਦੇ ਵਿੱਚ ਲਿਖਿਆ ਹੈ, ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ। ਇਸ ਲਈ ਜੋ ਕੋਈ ਨਹੀਂ ਸਮਝਦਾ ਪਰ ਉਹਦੀ ਕੋਈ ਨਹੀਂ ਸਮਝਦਾ। ਹਾਂਜੀ, ਪਰ ਉਹ ਆਤਮਾ ਵਿੱਚ ਭੇਦ ਦੀਆਂ ਗੱਲਾਂ ਕਰਦਾ ਹੈ। ਹਾਂਜੀ, ਸੋ ਕੋਈ ਵੀ ਨਹੀਂ ਸਮਝ ਸਕਦਾ, ਇਹਦਾ ਮਤਲਬ ਸ਼ੈਤਾਨ ਵੀ ਨਹੀਂ ਸਮਝ ਸਕਦਾ, ਠੀਕ ਹੈ। ਦੁਨੀਆ ਦੀਆਂ ਬੋਲੀਆਂ, ਚਾਹੇ ਉਹ ਟੰਗਸ ਨੇ, ਉਹ ਸਮਝਦਾ ਹੈ, ਇਹਦੀ ਨਹੀਂ ਸਮਝਦਾ। ਹਾਂਜੀ, ਤੇ ਪਹਿਲਾ ਕਰੰਥੀਆਂ 14 ਦੀ 13 ਵੀ ਦੇਖੀ। ਹਾਂਜੀ, ਉਹ ਦੇਖ। ਹਾਂ, ਜਿਹੜਾ ਬੋਲਣ ਵਾਲਾ ਹੈ, ਜੇ ਉਹ ਆਖੇ ਪ੍ਰਭੂ ਜੀ, ਪਿਤਾ ਜੀ, ਇਹ ਕੀ ਮੈਂ ਬੋਲਣ ਡਿਆ, ਤੇ ਉਹਦਾ ਅਰਥ ਮਿਲਦਾ ਉਹਨਾਂ ਨੂੰ, ਠੀਕ ਹੈ। ਹਾਂਜੀ, ਮਿਲ ਸਕਦਾ ਹੈ। ਹਾਂਜੀ, ਇਸ ਕਰਕੇ ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਕਿ ਅਰਥ ਵੀ ਕਰ ਸਕੇ। ਇਸ ਲਈ ਇਹ ਕੋਈ ਲਾਜ ਨਹੀਂ। ਔਰ ਉਹਦਾ ਇਹ ਹੁੰਦਾ ਹੈ ਕਿ ਜਦੋਂ ਇਹ ਪ੍ਰੇਅਰ ਲੈਂਗੁਏਜ ਚੱਲ ਰਹੀ ਹੁੰਦੀ ਹੈ, ਇਨਸਾਨ ਦਾ ਮਾਈਂਡ ਨਹੀਂ ਕੰਮ ਕਰਦਾ, ਰੂਹ ਦੇ ਵਿੱਚ ਚੱਲ ਰਹੀ ਹੁੰਦੀ ਹੈ, ਤੇ ਜੇ ਉਹ ਕਵੇ ਠੀਕ ਹੈ, ਜ਼ੇਨ ਵੀ ਨਾਲ ਥੋੜਾ ਚੱਲ ਰਿਹਾ ਹੁੰਦਾ, ਜਿਵੇਂ ਮੈਂ ਕੀ ਬੋਲਣ ਡਿਆ, ਉਹਦਾ ਅਰਥ ਮਿਲ ਸਕਦਾ ਹੈ। ਅਗਰ ਨਹੀਂ ਵੀ ਮਿਲਦਾ ਤੇ ਦੁਆ ਜਦੋਂ ਗੈਰ ਜ਼ਬਾਨਾਂ ਬੰਦ ਕਰ ਲੈਂਦੇ ਨੇ, ਆਮ ਲੈਂਗੁਏਜ ਹੀ ਦੁਆ ਉਹ ਕਰਦਾ, ਉਹਨੂੰ ਉਹਦਾ ਅਰਥ ਮਿਲ ਜਾਂਦਾ ਹੈ ਡਿਫਰੈਂਟ ਵੇਜ਼। ਸੋ ਇਹ ਤੀਸਰੀ ਨੰਬਰ ਤੇ ਆ ਗਈ। ਸੋ ਚੌਥੇ ਇਹਦੇ ਵਿੱਚ ਫਿਰ ਤੁਸੀਂ ਸਵਾਲ ਕਰ ਸਕਦੇ ਹੈਗੇ ਹੋ। ਚੌਥੇ ਨੰਬਰ ਦੀ ਜਿਹੜੀ ਹੈਗੀ ਹੈ, ਉਹ ਹੈਗੀ ਹੈ, ਉਹਨੂੰ ਕਹਿੰਦੇ ਨੇ ਪਬਲਿਕ ਮੀਟਿੰਗ। ਜਿਹੜੀ ਹੁੰਦੀ ਹੈ ਨਾ ਪਬਲਿਕ ਮੀਟਿੰਗ ਟੂ ਐਡੀਫਾਈ ਦਾ ਚਰਚ ਵਿੱਚ ਵੀ ਇਹ ਬੋਲੀ ਜਾਂਦੀ ਹੈ, ਮਤਲਬ ਚਰਚ ਦੀ ਬੜੋਤੀ ਲਈ। ਲੇਕਿਨ ਇਹਦੇ ਵਿੱਚ ਅਸੂਲ ਵੀ ਬੜੇ ਨੇ, ਕਿੱਥੇ ਬੋਲਣੀ ਕਿੱਥੇ ਨਹੀਂ ਬੋਲਣੀ, ਜੇ ਬੋਲਣੀ ਹੈ ਉਹਦੀ ਟ੍ਰਾਂਸਲੇਸ਼ਨ ਹੋਵੇ। ਇਹ ਸਵਾਲਾਂ ਤੇ ਫਿਰ ਅਗਲਾ ਤੁਸੀਂ ਬਾਅਦ ਵਿੱਚ ਇੱਕ ਤੇ ਰੱਖ ਲੈਣਾ,
ਤਾਂ ਕਿ ਖੁੱਲ੍ਹ ਕੇ ਇਹਦੇ ਮੁਤਲਕ ਸਮਝਿਆ ਜਾ ਸਕੇ। ਇਹ ਪਹਿਲਾ ਕਰੰਥੀਆਂ 14 ਦੀ 26 ਤੋਂ 28 ਇਹ ਵੀ ਪੜ੍ਹ ਦਿਓ ਕਿ ਜਿਹੜੀ ਚਰਚ ਵਿੱਚ ਲੋਕ ਬੋਲਦੇ ਨੇ, ਅਗਰ ਬੋਲ ਰਹੇ ਨੇ ਤੇ ਉਹਦਾ ਟਰਾਂਸਲੇਸ਼ਨ ਨਹੀਂ ਹੋ ਰਹੀ, ਠੀਕ ਹੈ, ਤੇ ਫਿਰ ਇਹ ਬੋਲਣੀ ਤੇ ਹੈ, ਲੇਕਿਨ ਫਿਰ ਹੁਕਮ ਇਹ ਕਿ ਜੇ ਬੋਲੀ ਹੈ ਤੇ ਕੋਈ ਟਰਾਂਸਲੇਸ਼ਨ ਨਹੀਂ ਤੇ ਫਿਰ ਨਹੀਂ ਬੋਲਣੀ ਹੈ, ਠੀਕ ਹੈ, ਕਿਉਂਕਿ ਉੱਥੇ ਹਰ ਕਿਸਮ ਦੇ ਲੋਕ ਆਏ ਹੁੰਦੇ ਨੇ। ਪਰ ਜੀ ਫਿਰ ਸਵਾਲ ਇਹ ਕਰ ਲੈਣਾ, ਪਹਿਲੇ ਇਹ ਤੇ ਪੜ੍ਹ ਲਓ। ਓਕੇ, ਇਹ ਇੱਕ ਤੇ ਤੁਸੀਂ ਖੁੱਲ੍ਹ ਕੇ ਸਵਾਲ ਕਰੋ, ਕਿਉਂਕਿ ਉਹ ਫਿਰ ਵਿੱਚ ਅਸੀਂ ਹੁਣੇ ਇਹ ਜਿਹੜੀਆਂ ਟਾਈਪਸ ਨੇ ਨਾ, ਇਹ ਆਖਰੀ ਹੈ, ਉਹਦੇ ਬਾਅਦ ਸਵਾਲ ਕਰ ਲਓ। ਓਕੇ ਜੀ, ਤੇ ਹਾਂਜੀ ਪਹਿਲਾ ਹੈਗਾ ਜੀ, ਹੁਣ ਆਪਾਂ ਪੜ੍ਹਦੇ ਹਾਂ ਜੀ ਪਹਿਲਾ ਕਰੰਥੀਆਂ 14 ਦੀ 26 ਤੋਂ 28 ਜੀ। ਪਹਿਲਾ ਕਰੰਥੀਆਂ 14 ਦੀ 26 ਤੋਂ 28 ਇਸ ਦੇ ਵਿੱਚ ਲਿਖਿਆ ਹੈ, ਹਾਂਜੀ, ਸੋ ਭਰਾਵੋ ਗੱਲ ਕੀ, ਜਾਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ ਤੇ ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਸ਼ਾ ਅਤੇ ਕਿਸੇ ਦੇ ਕੋਲ ਅਰਥ ਹੈ, ਸਭ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ ਜੀ। ਹਾਂਜੀ, ਤੇ ਜੇ ਕੋਈ ਪਰਾਈ ਭਾਸ਼ਾ ਬੋਲੇ ਤਾਂ 2 ਅਥਵਾ ਵੱਧ ਤੋਂ ਵੱਧ 3 ਹਾਲੇਲੂਇਆ ਕਰਕੇ ਬੋਲਣ, ਜੋ ਵੀ ਵਾਰੋ ਵਾਰੀ ਅਤੇ ਇੱਕ ਜਾਣਾ ਅਰਥ ਕਰੇ। ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਆ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਆਪ ਅਤੇ ਪਰਮੇਸ਼ਰ ਨਾਲ ਬੋਲੇ। ਹਾਂਜੀ, ਠੀਕ ਹੈ। ਤੇ ਹੁਣ ਇਹ ਇੱਕ ਚਰਚ ਵਿੱਚ ਬੋਲਣ ਦੀ ਹੁੰਦੀ ਹੈ, ਠੀਕ ਹੈ। ਸੋ ਇਹ ਚਾਰ ਪਾਖਰੂ ਦੀਆਂ। ਹੁਣ ਕੋਈ ਸਵਾਲ ਹੋ ਜਾਣ ਕਿਸੇ ਕਿਸਮ ਦੇ। ਹਾਂਜੀ, ਆਹ ਇਸੇ ਜਿਹੜੇ ਉੱਤੇ ਹੀ ਹੈਗਾ, ਇੱਕ ਜਗ੍ਹਾ ਇਹ ਵੀ ਲਿਖਿਆ ਹੈਗਾ, ਅਗਰ ਨਹੀਂ ਹੈਗਾ ਤਾਂ ਤੁਸੀਂ ਨਾ ਬੋਲੋ, ਇੱਦਾਂ ਲਿਖਿਆ ਹੈਗਾ। ਇਹ ਹੁਣੇ ਪੜ੍ਹ ਦਿੱਤਾ ਤੁਸੀਂ। ਹਾਂਜੀ ਸਰ ਜੀ। ਪਰ ਦੇਖੋ ਜੀ, ਇਹ ਜਿਹੜੀ ਗੱਲ ਆ, ਬਾਕੀ ਜੋ ਆਪਾਂ ਪਹਿਲਾਂ ਪੜ੍ਹਿਆ ਉਹਦੇ ਨਾਲ ਫਿਰ ਕਿਸ ਤਰ੍ਹਾਂ ਇਹ ਫਿੱਟ ਆਏਗੀ, ਕਿਉਂਕਿ ਆਪਣੇ ਜਦੋਂ ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹਨੂੰ ਨਹੀਂ ਪਤਾ ਆਪਣੇ ਇਹ ਉਹ ਫਰਿਸ਼ਤਿਆਂ ਦੀ ਜ਼ੁਬਾਨ ਬੋਲ ਰਿਹਾ ਹੈ, ਉਹਨੂੰ ਨਹੀਂ ਪਤਾ ਇਹ ਕਿਸੇ ਦੂਸਰੇ ਦੇਸ਼ ਦੀ ਜ਼ੁਬਾਨ ਬੋਲ ਰਿਹਾ ਹੈ, ਉਹਨੂੰ ਨਹੀਂ ਪਤਾ ਇਹ ਪ੍ਰੇਅਰ ਲੈਂਗੁਏਜ ਬੋਲ ਰਿਹਾ, ਉਹ ਸਿਰਫ ਵਿਸ਼ਵਾਸ ਦੇ ਨਾਲ ਬੋਲ ਰਿਹਾ ਹੈਗਾ। ਹਾਂਜੀ, ਤੇ ਜਦੋਂ ਹੁਣ ਇੱਥੇ ਆਹ ਗੱਲ ਆ ਜਾਂਦੀ ਹੈਗੀ ਆ ਬਈ ਜੇ ਕੋਈ ਭਾਸ਼ਾ ਕੋਈ ਤਰਜਮਾ ਕਰਨ ਵਾਲਾ ਨਹੀਂ ਹੈਗਾ ਤਾਂ ਨਾ ਬੋਲੇ, ਤੇ ਇਹਦਾ ਮਤਲਬ ਅਸੀਂ ਚੁੱਪ ਕਰਾ ਰਹੇ ਹੈਗੇ ਆ, ਨਹੀਂ ਬੋਲਣਾ। ਤੇ ਦੇਖੋ ਹੁਣ ਆਪਣੇ ਸਪੋਜ਼ ਕਿਸੇ ਚਰਚ ਦੇ ਵਿੱਚ ਕਿਸੇ ਕੋਲ ਗਿਫਟ ਨਹੀਂ ਹੈਗਾ, ਉਹਦੀ ਇੰਟਰਪ੍ਰੀਟੇਸ਼ਨ ਦਾ ਜਿਹੜਾ ਗਿਫਟ ਹੈਗਾ ਉਹ ਸਪੋਜ਼ ਕਿਸੇ ਕੋਲ ਨਹੀਂ ਹੈਗਾ, ਤੇ ਆਹ ਜਿਹੜਾ ਚੇਲਿਆਂ ਦੇ ਜੇ ਬੋਲਿਆ ਜਿਹੜਾ ਹੈ ਨਾ ਪੈਂਟੀਕੋਸਟ ਵਾਲੇ ਦਿਨ, ਉਹ ਫਿਰ ਕਿੱਦਾਂ ਬੋਲਦੇ, ਉਹ ਕਿਤੇ ਸਾਡੇ ਕੋਲ ਟ੍ਰਾਂਸਲੇਸ਼ਨ, ਉਹਨਾਂ ਨੂੰ ਥੋੜ੍ਹੀ ਪਤਾ ਸੀ ਉਹ ਕੀ ਬੋਲ ਰਹੇ ਆ। ਬਿਲਕੁਲ, ਪਰ ਉਹ ਬੋਲੀ ਗਏ ਤਾਂ ਸੁਣਨ ਵਾਲੇ ਨੂੰ ਪਤਾ ਲੱਗਾ ਨਾ। ਤੇ ਜੇ ਹੁਣ ਇਹ ਗੱਲ ਆਹ ਪੌਲੁਸ ਨੇ ਲਿਖਿਆ ਜੀ ਨਹੀਂ ਬੋਲਣਾ, ਟ੍ਰਾਂਸਲੇਸ਼ਨ ਤਾਂ ਹੁੰਦੀ ਨਹੀਂ, ਤਾਂ ਫਿਰ ਰੁਕ ਗਏ। ਤੇ ਫਿਰ ਜਿਹੜੀ ਦੂਸਰੀ ਹੈਗੀ ਆ, ਜਿਹੜੀ ਫਰਿਸ਼ਤਿਆਂ ਦੀ ਜ਼ੁਬਾਨ ਵੀ ਬੋਲਦੇ ਹੈਗੇ ਆ, ਵੀ ਭਾਵੇਂ ਕਹਿੰਦਾ ਬੋਲਾਂ, ਤੇ ਫਿਰ ਉਹ ਕਿਸ ਤਰ੍ਹਾਂ ਪਤਾ ਲੱਗੂਗਾ। ਤੇ ਆਪਾਂ ਇੱਕੋ ਹੀ ਗੱਲ ਨੂੰ, ਇੱਕੋ ਆਇਤ ਨੂੰ ਲੈ ਕੇ ਜੇ ਆਪਾਂ ਕਹਿੰਦੇ ਦੇਖੋ ਜੀ ਨਹੀਂ ਬੋਲਣਾ, ਫਿਰ ਗੜਬੜ ਹੋ ਗਈ ਨਾ। ਬਿਲਕੁਲ ਤੁਸੀਂ ਠੀਕ ਹੋ, ਕਿਉਂਕਿ ਇੱਕ ਵਰਸ ਉੱਤੇ ਅਸੀਂ ਫੋਕਸ ਨਹੀਂ ਕਰਦੇ। ਚਲੋ ਇੰਜ ਕਰੋ, ਪਹਿਲਾ ਕਰੰਥੀਆਂ 14 ਦੀ 22, 22 ਤੇ 23 ਇਹ ਦੇਖੋ ਨਾ, ਇਹ ਬਹੁਤ ਅੱਛਾ ਤੁਸੀਂ ਕਰ ਰਹੇ ਹੋ। ਪਹਿਲਾ ਕਰੰਥੀਆਂ 22 ਦੀ 20, ਮੈਨੂੰ ਪਤਾ ਤੁਹਾਨੂੰ ਸਾਰਾ ਆਉਂਦਾ ਹੈ, ਲੇਕਿਨ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਬਾਕੀ ਦਰਸ਼ਨ ਜਿਹੜੇ। ਪਹਿਲਾ ਕਰੰਥੀਆਂ 22 ਦੀ ਨਾ 14 ਦੀ 22 ਤੇ 23 ਇਹ ਗੱਲ ਦਾ ਉੱਥੇ ਵੀ ਦੇਖ ਲਓ, ਫਿਰ ਆਨੇ ਆ ਥੋੜਾ ਜਿਹਾ। ਠੀਕ ਹੈ ਜੀ, 14 ਦੀ ਇਹ ਨਹੀਂ ਕਿ ਨਹੀਂ ਬੋਲਣੀ। ਤਾਂ ਆਪਕਾ ਜੀ ਪਹਿਲਾ ਕਰੰਥੀਆਂ 14 ਦੀ 22-23 ਵਿੱਚ ਲਿਖਿਆ ਹੈ ਜੀ, ਸੋ ਪਰਾਈ ਭਾਸ਼ਾਵਾਂ ਨਿਸ਼ਚਾਵਾਨਾਂ ਲਈ ਨਹੀਂ, ਸਗੋਂ ਨਿਸ਼ਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ, ਅਤੇ ਅਗੰਮ ਵਾਕ ਨਿਸ਼ਚਾਹੀਣਾਂ ਲਈ ਨਹੀਂ, ਸਗੋਂ ਨਿਸ਼ਚਾਵਾਨਾਂ ਲਈ ਹਨ। ਹਾਂਜੀ, ਤੇ 6ਵੀਂ ਆਇਤ ਵੀ ਪੜ੍ਹ ਦਿਓ ਇਹਦੀ।
ਪਹਿਲਾ ਗ੍ਰੰਥੀਆਂ ਦੇਖੋ ਜੀ ਆ ਜੋ ਹੁਣੇ ਪੜਿਆ ਇਹਨੂੰ ਵੀ ਆਪਾਂ ਪੱਕਾ ਇਹ ਨਹੀਂ ਕਹਿ ਸਕਦੇ ਵੀ ਇਹ ਇਦਾਂ ਹੀ ਹੈਗਾ। ਹਾਂਜੀ, ਤੇ ਜਿਵੇਂ ਅਗਾਊਂ ਵਾਕ ਨਿਸ਼ਚਾਹੀਣਾਂ ਲਈ ਨਹੀਂ ਸਗੋਂ ਨਿਸ਼ਚਾਵਾਨਾਂ ਲਈ ਨਹੀਂ। ਕੋਈ ਗੈਰ ਵਿਸ਼ਵਾਸੀ ਹੋਵੇ ਉਹਦੇ ਤੇ ਵੀ ਪ੍ਰੋਫੈਸੀ ਹੋ ਸਕਦੀ ਹੈ, ਉਹਦੇ ਤੇ ਵੀ ਪ੍ਰੋਫੈਸੀ ਹੋ ਸਕਦੀ ਹੈਗੀ ਅਗਾਊਂ ਵਾਕ। ਜ਼ਰੂਰੀ ਨਹੀਂ ਵੀ ਉਹ ਵਿਸ਼ਵਾਸੀਆਂ ਦੇ ਅਵੰਗ ਵਾਕ ਅਗੰਮ ਵਾਕ ਮਤਲਬ ਪ੍ਰੋਫੈਸੀ। ਪ੍ਰੋਫੈਸੀ ਦੇ ਵਿੱਚ ਗੈਰ ਜ਼ੁਬਾਨ ਦੇ ਵਿੱਚ ਟ੍ਰਾਂਸਲੇਸ਼ਨ ਆਉਂਦੀ ਹੈ। ਠੀਕ ਹੈ। ਹਾਂਜੀ, ਨਹੀਂ ਇਹ ਟੋਟਲ ਇਹ ਟੰਗਸ ਦੇ ਵਾਲਾ ਨਹੀਂ ਹੈਗਾ, ਇਹ ਗੈਰ ਜ਼ੁਬਾਨਾਂ ਵਾਲਾ ਨਹੀਂ। ਅਗੰਮ ਵਾਕ ਪ੍ਰੋਫੈਸੀ ਦੀ ਗੱਲ ਹੋ ਰਹੀ ਵੈਸੇ। ਹੁਣ 22 ਕੀ ਪੜ੍ਹੀਏ? ਸੋ ਪਰਾਈਆਂ ਭਾਸ਼ਾਵਾਂ ਨਿਸ਼ਚਾਵਾਨਾਂ ਲਈ ਨਹੀਂ ਸਗੋਂ ਨਿਸ਼ਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ। ਹਾਂ, ਇਹ ਤੇ 23 ਹੈ 23 ਦੇ ਵਿੱਚ ਲਿਖਿਆ ਹੈਗਾ, ਪਰੰਤੂ ਜੇ ਸਾਰੀ ਕਲੀਸਿਆ ਇੱਕ ਥਾਂ ਇਕੱਠੀ ਹੋਵੇ ਤੇ ਸਭ ਅੱਡੋ ਅੱਡੀ ਭਾਸ਼ਾਵਾਂ ਬੋਲਣ ਤਾਂ ਨਾ ਵਾਕਫ ਅਥਵਾ ਨਿਸ਼ਚਾਹੀਣ ਲੋਕ ਅੰਦਰ ਆਉਣ ਤਾਂ ਭਲਾ ਉਹ ਨਹੀਂ ਆਖਣਗੇ ਭਲਾ ਤੁਸੀਂ ਪਾਗਲ ਹੋ। ਹਾਂਜੀ, ਹੁਣ ਦੇਖੋ ਇੱਥੇ ਲਿਖਿਆ ਹੈਗਾ ਵੀ ਜੇ ਆ ਵਿਸ਼ਵਾਸੀ ਨਿਸ਼ਚਾਹੀਣ ਆ ਗਏ ਤਾਂ ਉਹਨੇ ਕਹਿਣਾ ਕੀ ਕਰਦੇ ਫਿਰਦੇ ਆ। ਅੱਛਾ, ਫਿਰ ਕੀ ਕਰਨਾ ਹੈ ਬਾਈਬਲ ਕੀ? ਪਰ ਉੱਪਰ ਪਹਿਲੀ ਆਇਤ ਵਿੱਚ ਲਿਖਿਆ ਹੈਗੇ ਜਿਹੜੇ ਨਿਸ਼ਚਾਵਾਨ ਨਹੀਂ ਹੈਗੇ ਭਾਸ਼ਾਵਾਂ ਨਿਸ਼ਚਾਵਾਨਾਂ ਲਈ ਨਹੀਂ ਸਗੋਂ ਨਿਸ਼ਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਤੌਰ ਤੇ ਵੀ ਹੈਗੀ ਆ। ਤੇ ਜਿਹੜੇ ਨਾਨ ਬਲੀਵਰ ਆ ਅਵਿਸ਼ਵਾਸੀ ਹੈਗੇ ਉਹ ਬੋਲ ਰਹੇ ਆ ਹਾਂ, ਨਹੀਂ ਉਹਨਾਂ ਦੇ ਲਈ ਇੱਕ ਨਿਸ਼ਾਨੀ ਤੌਰ ਤੇ ਕੰਮ ਕਰਦਾ। ਥੱਲੇ ਕਹਿੰਦਾ ਵੀ ਉਦੋਂ ਤੁਸੀਂ ਬੋਲੋਗੇ ਤਾਂ ਫਿਰ ਉਹ ਕਹੋਗੇ। ਤੇ ਇਹ ਆਪਾਂ ਇੱਕ ਆਇਤ ਨੂੰ ਲੈ ਕੇ ਉਹਨੂੰ ਨਹੀਂ ਬਈ ਇਦਾਂ ਹੀ ਹੋਵੇ ਹਨਾ। ਅਸੀਂ ਉਧਰ ਵੀ ਪੜ੍ਹ ਲਿਆ, ਇੱਧਰ ਵੀ ਪੜ੍ਹ ਲਿਆ। ਹਾਂਜੀ ਹਾਂਜੀ, ਹੁਣ ਇੱਕ ਵਰਸ ਹੋਰ ਪੜ੍ਹ ਦਿਓ ਨਾ। ਦੇ ਮਤਲਬ ਬਾਈਬਲ ਦੇ ਵਿੱਚ ਦੇਖੀਏ 5ਵੀਂ ਆਇਤ ਦੇ ਵਿੱਚ ਵੇਖੋ, ਇਹ 14 ਦੀ। ਓਕੇ, ਇਹ ਇੱਕ ਕਿਸਮ ਦਾ ਪਵਿੱਤਰ ਆਤਮਾ ਵੱਲੋਂ ਇਹਨਾਂ ਹੀ ਗੱਲਾਂ ਦਾ ਪਾਲੂਸ ਕਲੀਸਿਆ ਨੂੰ ਦੱਸ ਰਿਹਾ ਨਾ, ਪ੍ਰੋਟੋਕੋਲ ਕੀ ਨੇ। ਹਾਂਜੀ ਹਾਂਜੀ ਜੀ। ਸੋ ਪਹਿਲਾ ਗ੍ਰੰਥੀਆਂ 14 ਦੀ 15 ਲਿਖਿਆ ਹੈ, ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਭਾਵੇਂ ਪਰਾਈਆਂ ਭਾਸ਼ਾਵਾਂ ਬੋਲੋ, ਮਨਾ ਤੇ ਨਹੀਂ ਕਰ ਰਿਹਾ, ਪਰ ਇਸ ਤੋਂ ਵਧੇਕ ਹੈ ਜੋ ਤੁਸੀਂ ਅਗੰਮ ਵਾਕ ਕਰੋ। ਕਿਉਂ? ਜਿਹੜਾ ਪਰਾਈਆਂ ਭਾਸ਼ਾਵਾਂ ਬੋਲਣ ਵਾਲਾ ਹੈ ਜੇਕਰ ਉਹ ਅਰਥ ਨਾ ਕਰੇ ਇਸ ਤੋਂ ਕਲੀਸਿਆ ਲਾਭ ਉਠਾਵੇ ਤਾਂ ਅਗੰਮ ਵਾਕ ਕਰਨ ਵਾਲਾ ਉਸ ਤੋਂ ਉੱਤਮ ਹੈ। ਠੀਕ ਹੈ, ਮਤਲਬ ਇਹ ਪ੍ਰੋਫੈਸੀ ਵਿੱਚ ਉਹ ਦੱਸੀ ਜਾ। ਹੁਣ ਗੱਲ ਕੀ ਹੈ? ਇਹ ਸਭ ਤੋਂ ਵੱਡੀ ਗੱਲ ਹੈ ਕਿ ਹੋਲੀ ਸਪਿਰਿਟ ਜਦੋਂ ਉਭਾਰਦਾ ਹੈ, ਇਹ ਮਤਲਬ ਇਹ ਰੂਟੀਨ ਨਹੀਂ ਬਣਾਣੀ, ਉਭਾਰਦਾ ਹੈ ਤੇ ਬੋਲ ਦਿਓ। ਉਹ ਲਾਜ਼ਮੀ ਗੱਲ ਹੈ ਕਿ ਉਹ ਕਿਸੇ ਨੂੰ ਉਹ ਟੱਚ ਕਰ ਰਹੀ ਹੈ। ਬਿਲਕੁਲ ਠੀਕ ਹੈ, ਇਸ ਲਈ ਇਹ ਬਿਲਕੁਲ ਇਹ ਤਾਂ ਮੈਂ ਡਿਫਰੈਂਟ ਅੱਗੇ ਵੀ ਦੇਖੋ ਜਿਹੜੀਆਂ ਨੇ ਤੁਹਾਡੀਆਂ 15 16 17 18 ਆਇਤਾਂ 'ਚ 19 ਤੱਕ ਉਹ ਪਾਲੂਸ ਕਹਿੰਦਾ ਯਾਰ ਕਲੀਸਿਆ ਦੇ ਵਿੱਚ ਉਹ ਕੰਮ ਕਰੋ, ਲੇਕਿਨ ਰੂਟੀਨ ਨਹੀਂ ਬਣਾਉਣੀ। ਅਗਰ ਅੰਦਰੋਂ ਆ ਰਹੀ ਹੈ, ਬਿਲਕੁਲ ਬੂਜ਼ਮ ਵਿੱਚੋਂ ਆ ਰਿਹਾ ਤੇ ਬੋਲੋ, ਇਹਦਾ ਮਤਲਬ ਹੈ ਕਿ ਕੋਈ ਕੰਮ ਕਰਾ ਰਿਹਾ, ਕੁਛ ਕਰਾ ਰਿਹਾ। ਇਸ ਲਈ ਇਹ ਬਿਲਕੁਲ ਇਸ ਤੇ ਸਟਕ ਜਾਂ ਨਹੀਂ ਕਰ ਦੇਣਾ। ਹੋਲੀ ਸਪਿਰਿਟ ਨੂੰ ਪਤਾ ਹੈ ਐਂਜੈਲਿਕ ਫਰਿਸ਼ਤਿਆਂ ਦੀ ਬੁਲਵਾਣੀ ਹੈ ਜਾਂ ਇਹ ਜਿਹੜੀਆਂ ਕਿਸਮਾਂ ਨੇ ਇਹ ਕਿਹੜੀ ਬੁਲਵਾਣੀ ਹੈ। ਇਹ ਹੋ ਸਕਦਾ ਉਸ ਸਮੇਂ ਪ੍ਰੇਅਰ ਤੁਸੀਂ ਤੁਸੀਂ ਗਏ ਨਾ ਇਨਸਾਨਾਂ ਦੀਆਂ ਜ਼ਬਾਨਾਂ, ਦੂਜੇ ਦੇਸ਼ਾਂ ਦੀਆਂ ਜ਼ਬਾਨਾਂ, ਫਿਰ ਫਰਿਸ਼ਤਿਆਂ ਦੀਆਂ ਜ਼ਬਾਨਾਂ, ਪਬਲਿਕ ਮੀਟਿੰਗ ਦੀਆਂ, ਫਿਰ ਪ੍ਰੇਅਰ ਲੈਂਗੁਏਜ। ਹੋ ਸਕਦਾ ਉਸ ਸਮੇਂ ਪਰਮੇਸ਼ਰ ਪਵਿੱਤਰ ਆਤਮਾ ਦੇ ਜ਼ਰੀਏ ਗੈਰ ਜ਼ਬਾਨਾਂ ਰਾਹੀਂ ਕਿਸੇ ਦੇ ਲਈ ਪ੍ਰੇਅਰ ਕਰਾ ਰਿਹਾ ਹੈਗਾ। ਅਸੀਂ ਕਿਸ ਤਰ੍ਹਾਂ ਦਬਾ ਸਕਦੇ ਹਾਂ ਜਦੋਂ ਪਵਿੱਤਰ ਆਤਮਾ ਦੀ ਜੀ ਉੱਥੇ ਟ੍ਰਾਂਸਲੇਸ਼ਨ ਨਹੀਂ ਹੁੰਦੀ ਉੱਥੇ ਇਸ ਤਰ੍ਹਾਂ ਨਹੀਂ, ਪਰ ਉਹ ਦੱਸਿਆ, ਉਹਨੇ ਮਨਾ ਨਹੀਂ ਕੀਤਾ। ਸੋ ਇਹ ਹੁਣ ਬੜਾ ਅੱਛਾ ਸਵਾਲ ਹੈ ਕਿ ਕਿਹੜੀ ਇਹ ਜਿਹੜੀ ਅਸੀਂ ਲੈਂਗੁਏਜਸ ਦੱਸ ਰਹੇ ਹਾਂ, ਵਾਕਈ ਸਾਨੂੰ ਨਹੀਂ ਪਤਾ, ਲੇਕਿਨ ਪਵਿੱਤਰ ਆਤਮਾ ਨੂੰ ਪਤਾ ਹੈ ਕਿ ਹੁਣ ਇਹ ਜਿਹੜੀ ਪ੍ਰੇਅਰ ਲੈਂਗੁਏਜ ਹੈ ਕੋਈ ਰੂਹਾਨੀ ਜੰਗ 'ਚ ਇਸਤੇਮਾਲ ਕਰ ਰਿਹਾ ਜਿਹਦੀ ਕੋਈ ਨਹੀਂ ਸਮਝ ਸਕਦਾ, ਸ਼ੈਤਾਨ ਨਹੀਂ ਸਮਝ ਸਕਦਾ। ਸੋ ਇਸ ਲਈ ਸੈਂਸਿਟਿਵ ਰਹਿਣਾ ਪਵਿੱਤਰ ਆਤਮਾ ਦੇ ਨਾਲ। ਜਿਨ ਜੋ ਕਹਿੰਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ, ਯੂ ਕਾਂਟ ਸਟਾਪ ਤੇ ਕਰ ਦਿਓ। ਤੁਸੀਂ ਤੇ ਇੱਕ ਵੈਸਲ ਹੋ, ਖਾਲੀ ਮੈਂ ਵੈਸਲ ਹਾਂ, ਹੋਰ ਵੀ। ਸੋ ਇਹ ਕੋਈ ਹਾਰਡ ਐਂਡ ਫਾਸਟ ਰੂਲ ਬਣ ਗਏ। ਦੇਖੋ ਹੁਣ ਗੱਲ ਤੇ ਇਹ ਹੋ ਗਈ, ਪਹਿਲਾ ਕਰੰਥੀਆਂ 14 ਦੀ 39, ਫਸਟ ਕਰੰਥੀਅਨਸ ਚੈਪਟਰ 14 ਵਰਸ 39 ਦੇ ਵਿੱਚ ਇੱਕ ਵਾਰਨਿੰਗ ਦਿੱਤੀ ਗਈ ਹੈ ਗੈਰ ਜ਼ਬਾਨਾਂ ਤੋਂ
ਬੋਲਣ ਤੋਂ ਮਨਾ ਨਾ ਕਰੋ। ਹਾਂ ਦੇਖੋ ਨਾ ਹੁਣ ਫਿਰ ਗੱਲ ਹੋ ਰਹੀ ਹੈ ਤੇ ਹਾਂਜੀ ਇਹਦਾ ਜਵਾਬ ਸਾਨੂੰ। ਹਾਂਜੀ, ਗੱਲ ਕਾਦੀ ਭਰਾਵੋ, ਗਮਵਾ ਕਰਨ ਨੂੰ ਲੋਚੋ ਅਤੇ ਪਰਾਈਆਂ ਭਾਸ਼ਾਵਾਂ ਬੋਲਣ ਤੋਂ ਨਾ ਵਰਜੋ। ਹਾਂ, ਇਹ ਮੈਂ ਕਹਿਣਾ ਚਾਹੁੰਦਾ। ਹਾਂਜੀ, ਨਹੀਂ ਬਾਈਬਲ ਦੇਖਦੀ। ਹਾਂ ਬਿਲਕੁਲ ਜੀ। ਸੋ ਹੁਣ ਇਹਨੂੰ ਤੁਸੀਂ ਵਾਈਂਡ ਅਪ ਕਰੋ। ਹਾਂਜੀ, ਕਿ ਇਹ ਜੋ ਕੁਝ ਹੁਣ ਤੱਕ ਪੜਿਆ, ਹਾਂਜੀ, ਇਹ ਜਿੰਜ ਪਵੇ ਤੁਸੀਂ ਹੁਣ ਦੱਸੋ ਉਂਝ ਕਰ। ਬਿਲਕੁਲ ਜੀ, ਬਿਲਕੁਲ ਜੀ। ਇਹ ਥੋੜਾ ਜਿਹਾ ਸਾਨੂੰ ਸਮਝਾਓ। ਨਹੀਂ ਅਸੀਂ ਦੇਖੋ ਸਾਰੇ ਇਸ ਤਰ੍ਹਾਂ ਹੀ ਅਸੀਂ ਮਿਲ ਜੁਲ ਕੇ ਯਿਸੂ ਮਸੀਹ ਜੀ। ਬਿਲਕੁਲ ਜੀ, ਇਹ ਬੜਾ ਅੱਛਾ ਕੁਐਸਚਨ ਹੈ ਔਰ ਮੈਨੂੰ ਬੜੀ ਬਰਕਤ ਮਿਲੀ ਹੈ। ਇਹ ਸਾਰਾ ਕੁਝ ਜੀ ਆਪਾਂ ਜੋ ਪੜਿਆ ਉਸ ਨੂੰ ਆਪਣੇ ਬੱਚਨ ਨੂੰ ਪੜਿਆ ਆਪਣੇ ਮਾਈਂਡ ਵਿੱਚ ਰੱਖਣਾ। ਹਾਂਜੀ, ਤੇ ਇਸ ਦਾ ਧਿਆਨ ਰੱਖਣਾ, ਪਰ ਰੂਟੀਨ ਨਹੀਂ ਬਣਾਣੀ। ਆਪਾਂ ਇਦਾਂ ਨਹੀਂ, ਆਹ ਦੇਖੋ ਜੀ, ਆਹ ਪਵਿੱਤਰ ਆਤਮਾ ਲਿਖਿਆ ਨਾ ਵਰਜੋ ਤਾਂ ਅਸੀਂ ਬੋਲਣੀਆਂ ਆ। ਜੇਕਰ ਪਵਿੱਤਰ ਆਤਮਾ ਕਹਿੰਦਾ ਤਾਂ ਬੋਲੋ, ਪਰ ਇਦਾਂ ਵੀ ਨਹੀਂ। ਜਿਹੜੇ ਨਹੀਂ ਬੋਲਦੇ ਜਾਂ ਕਿਸ ਤਰ੍ਹਾਂ ਹੈਗਾ, ਉਹ ਕਹਿਣ ਆ ਦੇਖੋ ਜੀ, ਜਿੱਥੇ ਟਰਾਂਸਲੇਸ਼ਨ ਨਹੀਂ ਹੁੰਦੀ ਹੈਗੀ 2 ਜਾਂ 3, ਉੱਥੇ ਤੁਸੀਂ ਨਾ ਬੋਲੋ ਤੇ ਇਸ ਕਰਕੇ ਨਹੀਂ ਬੋਲਣੀਆਂ ਚਾਹੀਦੀਆਂ। ਬਿਲਕੁਲ ਨਹੀਂ, ਪਵਿੱਤਰ ਆਤਮਾ ਦੀ ਗੱਲ ਸੁਣਨੀ। ਉਹ ਦੱਸੋ, ਇੱਕ ਚਾਈਨੀਜ਼ ਦੀ ਤੁਸੀਂ ਇੱਕ ਟੈਸਟਮਨੀ ਸੁਣਾ ਰਹੇ ਸੀ। ਹਾਂਜੀ ਹਾਂਜੀ, ਉਹੀ ਤਾਂ ਉਹ ਦੱਸੋ। ਉਹ ਤਾਂ ਹੀ ਨਹੀਂ, ਜਿਹੜਾ ਆਪਾਂ ਗੱਲ ਕੀਤੀ ਸੀਗੀ ਹੈ ਨਾ, ਜਦੋਂ ਮੈਂ ਪਹਿਲਾਂ ਸ਼ੁਰੂ 'ਚ ਹੀ ਕਿਹਾ ਸੀਗਾ ਵੀ ਜਦੋਂ ਅਸੀਂ ਜਵਾਨਾਂ ਬੋਲਦੇ, ਸਾਨੂੰ ਨਹੀਂ ਪਤਾ ਉਹ ਅਸੀਂ ਇਨਸਾਨਾਂ ਕਿਸੇ ਚਾਈਨੀਜ਼ ਕਿਸੇ ਜੈਪਨੀਜ਼ ਦੀ ਭਾਸ਼ਾ ਬੋਲ ਰਹੇ ਹਾਂ। ਹੋ ਸਕਦਾ ਉਹ ਬੈਠਾ ਹੋਵੇ। ਹਾਂਜੀ, ਸਾਨੂੰ ਨਹੀਂ ਪਤਾ। ਹੋ ਸਕਦਾ ਸਾਡੀ ਉਹ ਫਰਿਸ਼ਤਿਆਂ ਵਾਲੀਆਂ ਜ਼ੁਬਾਨਾਂ ਹੋਣ। ਤੇ ਜਿਹੜਾ ਹੁਣ ਜੇ ਕਿਸੇ ਇਨਸਾਨ ਦੀ ਜ਼ਬਾਨ ਦੀ ਭਾਸ਼ਾ ਜਾਂ ਕਿਸੇ ਹੋਰ ਦੀ ਬੋਲਦੇ, ਉੱਥੇ ਹੋ ਸਕਦਾ ਕੋਈ ਇਨਸਾਨ ਇਹੋ ਜਿਹਾ ਬੈਠਾ ਹੋਵੇ ਜਿਹੜਾ ਰੱਬ, ਉੱਥੇ ਕੋਈ ਚਾਈਨੀਜ਼ ਜਾਂ ਜੈਪਨੀਜ਼ ਆਇਆ ਹੋਵੇ। ਇਸ ਤਰ੍ਹਾਂ ਹੋਇਆ ਆ, ਸੱਚਮੁੱਚ ਹੋਇਆ। ਉਹ ਮਤਲਬ ਉਹ ਕੋਈ ਆਪਣੇ ਜਪਾਨ ਦੇ ਵਿੱਚ ਜਾਂਦਾ ਹੁੰਦਾ ਸੀਗਾ, ਕੋਈ ਹੋਊਗਾ ਹੈ ਨਾ। ਤੇ ਜਦੋਂ ਮੁਸ਼ਕਲ ਆਈ, ਪ੍ਰੋਬਲਮ ਆਈ, ਤਾਂ ਫਿਰ ਇੱਥੇ ਆਇਆ ਤੇ ਫਿਰ ਚਰਚ ਲੱਭਿਆ। ਫਿਰ ਦੇਖੋ ਹੁਣ ਲੱਭਿਆ ਨਹੀਂ, ਚਲ ਗੋਰਿਆਂ ਹੁਣ ਇੱਥੇ ਜਪਾਨੀ ਹੈ ਨਹੀਂ, ਚਲੋ ਗੋਰਿਆਂ ਦੀ ਚਰਚ ਚਲੇ ਚੱਲਦੇ ਹੈਗੇ ਆ, ਰੱਬ ਅੱਗੇ ਅਰਦਾਸ ਕਰਦੇ ਆ। ਉੱਥੇ ਕੋਈ ਗੋਰਾ ਜੈਪਨੀਜ਼ ਬੋਲਦਾ ਸੀਗਾ, ਟੰਗਸ ਬੋਲ ਰਿਹਾ ਸੀਗਾ, ਗੈਰ ਜ਼ਬਾਨਾਂ ਬੋਲ ਰਿਹਾ ਸੀਗਾ, ਪਰ ਉਹ ਜੈਪਨੀਜ਼ ਬੋਲ ਰਿਹਾ ਸੀਗਾ। ਉਹ ਰੱਬ ਉਹਦੇ ਨਾਲ ਗੱਲ ਉਹਨੂੰ ਦੱਸ ਰਿਹਾ ਸੀਗਾ ਵੀ ਤੂੰ ਇੱਦਾਂ ਕਰ, ਆਹ ਇੱਦਾਂ ਨਾ ਕਰ, ਇੱਦਾਂ ਕਰ। ਉਹ ਬਾਅਦ ਵਿੱਚ ਫਿਰ ਤੂੰ ਕਹਿੰਦਾ ਤੂੰ ਕਿੱਥੋਂ ਸਿੱਖੀ ਹੈ, ਤੂੰ ਜਪਾਨ 'ਚ ਜਨਮ ਹੋਇਆ? ਕਹਿੰਦਾ ਮੈਂ ਜਪਾਨੀ 'ਚ, ਤੂੰ ਤਾਂ ਬਹੁਤ ਵਧੀਆ ਬੋਲਦਾ ਸੀਗਾ। ਉਹ ਮੈਨੂੰ ਤੂੰ ਕਹਿੰਦਾ ਮੇਰੀਆਂ ਗੱਲਾਂ ਦਾ ਜਵਾਬ ਦੇ ਰਿਹਾ ਸੀਗਾ। ਉਹ ਰੱਬ ਗੱਲ ਕਰ ਰਿਹਾ ਆ। ਅਸੀਂ ਕਿੱਦਾਂ ਕਹਿ ਰਹੀਏ ਜੀ? ਸਾਨੂੰ ਤਾਂ ਹੁਣ ਇਹਦੀ ਟ੍ਰਾਂਸਲੇਸ਼ਨ ਹੈ ਨਹੀਂ ਕਿ ਤੁਸੀਂ ਨਾ ਬੋਲੋ। ਹਵਾਲਾ ਨੋਟ ਕਰ ਲਓ ਇੱਕ। ਹਾਂਜੀ, ਪਹਿਲਾ ਕਰੰਥੀਆਂ। ਹਾਂਜੀ ਹਾਂਜੀ, ਪਹਿਲਾ ਕਰੰਥੀਆਂ 2 ਦੀ 8 ਤੋਂ 11 ਦੇ ਵਿੱਚ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਹਾਂਜੀ, ਇਹਦਾ ਜਵਾਬ ਜੀ ਕਿ ਉਹ 14 ਮਮਾਲਿਕ ਦੇ ਲੋਕ ਸਨ। ਹਾਂਜੀ, ਉਹ ਕਹਿਣ ਲੱਗੇ ਉੱਥੇ ਜ਼ੁਬਾਨਾਂ ਮੁਲਕਾਂ ਦੀਆਂ ਜ਼ੁਬਾਨਾਂ ਦੱਸੀਆਂ ਗਈਆਂ ਨੇ। ਹਾਂਜੀ, ਤੇ ਇਹਦਾ ਮਤਲਬ ਹੈ ਜੋ ਤੁਸੀਂ ਗੱਲ ਕਰ ਰਹੇ ਹੋ, ਮੈਂ ਸਿਰਫ ਇਹ ਕਹਿ ਰਿਹਾ ਅਕੋਰਡਿੰਗ ਟੂ ਬਾਈਬਲ ਹੈ। ਹਾਂ ਹਾਂ, ਬਿਲਕੁਲ ਜੀ, ਠੀਕ ਹੈ। ਉੱਥੇ 14 ਮਮਾਲਿਕ ਦੇ ਅਰਬੀ, ਪਾਰਥੀ, ਖੋਰੇ ਕਿੰਨੀਆਂ ਉਹ ਬੋਲਦੇ ਰਹੇ ਨੇ, ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਸਮਝ ਆ ਰਹੀ ਹੈ ਤੇ ਰੱਬ ਦੇ ਵੱਡੇ ਵੱਡੇ ਕੰਮਾਂ ਦਾ ਜ਼ਿਕਰ ਹੋ ਰਿਹਾ। ਬਿਲਕੁਲ ਜੀ, ਠੀਕ ਹੈ। ਔਰ ਜਦੋਂ ਬਾਕੀ ਆਪਾਂ ਅੱਗੇ ਵੀ ਜਾਵਾਂਗੇ, ਜਦੋਂ ਕਾਫੀ ਸਵਾਲ ਨੇ। ਹਾਂਜੀ, ਜਦੋਂ ਉਹਨਾਂ ਨੂੰ ਪ੍ਰਚਾਰ ਕੀਤਾ, ਜਿਹੜੇ ਯਹੂਦੀ ਸੀਗੇ, ਉਹ ਪ੍ਰਚਾਰ ਸੁਣਦਿਆਂ ਸਾਰੀ 3000। ਹਾਂਜੀ ਹਾਂ, ਨਹੀਂ ਉਹ ਤਾਂ ਤੁਸੀਂ ਪੈਂਟੀਕੋਸਟ ਵਾਲੇ ਦਿਨ ਕਰ ਰਹੇ ਨਾ। ਤੇ ਉਹ ਜਿਹਨਾਂ ਨੂੰ ਆਪਣੇ ਉਹ ਜਾਪਾ ਤੋਂ ਲੈ ਕੇ ਗਿਆ ਸੀਗਾ ਨਾ, ਤੇ ਉਹ ਕਰਨੀਲੀਅਸ ਨੂੰ ਉਹਦੇ ਘਰ ਚੇਲਿਆਂ ਦੇ ਕਰਤੱਵ 10 ਪਾਰਟ। ਹਾਂਜੀ, ਜੈਂਟਾਈਲ ਹਾਂ, ਉਹ ਗੈਰ ਜ਼ਬਾਨਾਂ ਬੋਲਣ ਲੱਗ ਪਏ। ਤੇ ਉਹ ਕਹਿੰਦਾ ਲੈ ਇਹਨੂੰ ਤਾਂ ਪਵਿੱਤਰ ਆਤਮਾ ਵੀ ਮਿਲ ਗਿਆ, ਤੇ ਹੁਣ ਇਹਨਾਂ ਨੂੰ ਕੌਣ ਰੋਕ ਸਕਦਾ? ਹਾਂਜੀ, ਤੇ ਹੁਣ ਉੱਥੇ ਕਹਿਣ ਨਹੀਂ ਬੋਲਣਾ ਨਹੀਂ, ਇਹਦੀ ਟ੍ਰਾਂਸਲੇਸ਼ਨ ਨਹੀਂ ਹੁੰਦੀ, ਸਾਡੇ ਕੋਲ ਹੈ ਨਹੀਂ ਟ੍ਰਾਂਸਲੇਸ਼ਨ, ਬੋਲਣਾ ਨਹੀਂ, ਬੋਲੀਦਾ ਨਹੀਂ ਹੁੰਦਾ। ਇੱਦਾਂ ਨਹੀਂ ਆਪਾਂ ਬਹੁਤ ਅੱਛੇ ਬੰਦ ਨਹੀਂ, ਇੱਦਾਂ ਹੀ ਹੋਣਾ ਹੈ ਨਾ। ਕੋਈ ਪੱਥਰ ਉੱਤੇ ਲੀਕ ਨਹੀਂ। ਹਾਂ, ਅਨਲਿਮਿਟਿਡ ਗੋਡ ਦੇ ਅਨਲਿਮਿਟਿਡ ਤਰੀਕੇ। ਬਿਲਕੁਲ ਜੀ, ਤੇ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਦੇ ਹਨ। ਹਾਂ, ਠੀਕ ਹੈ, ਬਿਲਕੁਲ ਜੀ। ਹਾਂਜੀ, ਤੇ ਦੂਜਾ 8 ਤੁਸੀਂ ਪਹਿਲਾਂ ਕਰੰਥੀਆਂ 2 ਦੀ 8 ਤੋਂ 11 ਗਿਆ ਸੀ। ਹਾਂ, ਪਹਿਲਾ ਕਰੰਥੀਆਂ 2 ਦੀ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਜਾਪਾਨੀ ਜਾਂ ਕੁਝ, ਉਹ ਵੀ ਦੇਖੋ। ਹਾਂ, ਆਪਾਂ ਪੜ੍ਹ ਦਿੰਦੇ ਹਾਂ ਜੀ, ਪੜ੍ਹ ਜਿਹਨੂੰ ਇਸ ਪਹਿਲਾ ਕਰੰਥੀਆਂ 2 ਦੀ 8 ਤੋਂ 11। ਹਾਂਜੀ, ਜਿਹਨੂੰ ਇਸ ਯੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੂੰ ਨਾ ਇਹ ਕੀ ਸੀ ਜੀ? ਪਹਿਲਾ ਕਰੰਥੀਆਂ 2 ਦੀ 8 ਤੋਂ 11। ਪਹਿਲਾ ਨਹੀਂ, ਸੌਰੀ, ਚੇਲੇ ਦੇ ਕਰਤੱਵ। ਉਹੀ ਤਾਂ ਮੈਂ ਚੇਲੇ ਦੇ ਕਰਤੱਵ 2 ਦੀ। ਓਕੇ, ਆਈ ਐਮ ਵੈਰੀ ਸੌਰੀ। ਠੀਕ ਹੈ ਜੀ,
ਜਿਹਨਾਂ ਨੇ ਕਰ 2 ਦੀ 8 ਤੋਂ 11 ਹਾਂ ਹਾਂ ਉਹ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਕਈਆਂ ਦੇਸ਼ਾਂ 'ਚ ਬੋਲਣ ਲੱਗ ਪਏ ਸੀ। ਉਹ ਕਹਿੰਦੇ ਇਹ ਕਿੱਥੋਂ ਆ ਗਏ, ਇਹ ਉਹੀ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹਨਾਂ ਦੇ ਪੀਤੀਓ ਲੱਗਦੀ ਆ ਜੋ ਸਾਰਾ ਨਾ ਉਸੇ ਹਾਂਜੀ। ਅੱਛਾ, ਦੂਸਰੀ ਗੱਲ ਹੈਗੀ, ਜਦੋਂ ਹੁਣ ਅਸੀਂ ਬੋਲ ਰਹੇ ਹੈਗੇ ਕਿਸੇ ਵੇਲੇ ਫਰਿਸ਼ਤਿਆਂ ਦੀ ਜ਼ਬਾਨਾਂ ਵੀ ਹੋ ਸਕਦੀ ਆ, ਕਿਸੇ ਲਈ ਅਸੀਂ ਉਹ ਪ੍ਰੇਅਰ ਵੀ ਰੱਬ ਕਰਵਾਉਣਾ ਸਕਦਾ। ਹਾਂਜੀ, ਪ੍ਰੇਅਰ ਲੈਂਗੁਏਜ ਵੀ ਹੈਗੀ ਆ, ਕਿਸੇ ਲਈ ਪ੍ਰੇਅਰ ਕਰ ਸਕਦੇ ਹਾਂ। ਇੰਟਰਸੈਸ਼ਨ ਸਪਿਰਚੁਅਲ ਵਾਰ ਲਈ ਹੈ, ਹਾਂ, ਜਿਹਦੀ ਸ਼ੈਤਾਨ ਨਹੀਂ ਸਮਝ ਸਕਦਾ, ਹਾਂ ਸ਼ਾਇਦ ਕੋਈ ਵੀ ਨਹੀਂ ਸਮਝ ਸਕਦਾ। ਹਾਂ ਬਿਲਕੁਲ ਜੀ, ਆਪਾਂ ਪਵਿੱਤਰ ਆਤਮਾ ਦੇ ਨਾਲ ਸੈਂਸਿਟਿਵ ਇਹ ਗੱਲ ਹੈ ਤੇ ਅਗਰ ਇੱਕ ਹੋਰ ਤਰੀਕਾ, ਇੱਕ ਗੱਲ ਹੈ, ਅਗਰ ਇਸ ਕਰਕੇ ਬੋਲ ਰਹੇ ਆ ਵੀ ਆਪਣੇ ਆਪ ਨੂੰ ਸੁਪਰ ਕ੍ਰਿਸਚੀਅਨ ਮੈਨੂੰ ਜ਼ਮਾਨਾ ਹੈਗੀਆਂ ਵਿੱਚ ਉਹ ਬੋਲੀ, ਨਹੀਂ ਇਸ ਤਰ੍ਹਾਂ ਨਹੀਂ, ਇਹ ਦਿਖਾਵੇ ਲਈ ਨਹੀਂ ਹੈਗੀ। ਨਹੀਂ ਹਾਂ, ਇਹ ਰੂਟੀਨ ਨਾ ਬਣਾਈਏ ਕਿ ਇੱਕ ਬੋਲ ਰਹੇ ਨੇ ਅਸੀਂ ਵੀ ਦੇਖੋ, ਇਹ ਪਵਿੱਤਰ ਆਤਮਾ ਜਿੰਜ ਕਰੇਗਾ ਗਾਈਡ ਹੋਂ, ਉਹਦੇ ਵਿੱਚ ਫਿਰ ਰਿਜ਼ਲਟ ਆਉਂਦੇ ਨੇ। ਹਾਂ ਨਹੀਂ ਮਤਲਬ ਉਹਦੇ ਵਿੱਚ ਰਿਜ਼ਲਟ ਆਉਂਦੇ ਨੇ, ਐਵੇਂ ਨਹੀਂ ਬੁਲਵਾ ਰਿਹਾ, ਉਹਦੇ ਵਿੱਚ ਕੰਮ ਹੁੰਦਾ ਹੈ ਔਰ ਲੋਕ ਗਵਾਹੀਆਂ ਦਿੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਅਸਾਂ ਦੇਖਿਆ ਇਹ ਨਿਯਮਤਾਂ ਜਿਹੜੀਆਂ ਨੇ ਇਹ ਗਵਾਹੀਆਂ ਨੇ। ਠੀਕ ਹੈ ਸਰ, ਹਾਂ ਮੈਂ ਦੇਖਿਆ ਜੀ ਪਵਿੱਤਰ, ਮੈਂ ਇਸ ਤਰ੍ਹਾਂ ਦੇਖਿਆ ਹੈ, ਜਦੋਂ ਕਿਸੇ ਲਈ ਕੋਈ ਪ੍ਰੇਅਰ ਕਰ ਰਹੇ ਹੈਗੇ ਆ, ਉਹ ਟੰਗਸ ਦੇ ਵਿੱਚ ਪ੍ਰੇਅਰ ਕਰ ਰਿਹਾ, ਹਾਂਜੀ, ਜਿਸ ਤਰ੍ਹਾਂ ਤੁਸੀਂ ਕਿਹਾ, ਫਿਰ ਜਦੋਂ ਰੱਬ ਤੋਂ ਇੰਟਰਪ੍ਰੀਟੇਸ਼ਨ ਮੰਗੋ, ਰੱਬ ਦੇ ਦਿੰਦਾ ਆ, ਉਹਨੂੰ ਤਸੱਲੀ ਦੇਣ ਲਈ ਗੱਲ ਕਰ ਰਿਹਾ ਕੁਝ ਟੰਗਸ ਦੇ ਵਿੱਚ, ਉਹਨੂੰ ਗਾਈਡੈਂਸ ਮਿਲਦੀ ਹੈ। ਬਿਲਕੁਲ ਮੈਂ ਦੇਖਿਆ ਇਸ ਤਰ੍ਹਾਂ ਹੁੰਦਾ ਹੈ। ਇਹ ਵਰਡ ਆਫ ਨੌਲੇਜ ਹੀ ਚਾਹਣਾ ਹੈ, ਹਾਂਜੀ, ਇਹ ਸਾਰੀਆਂ ਗੱਲਾਂ। ਵੈਸੇ ਮੈਂ ਬੜਾ ਖੁਸ਼ ਹਾਂ ਕਿ ਬਹੁਤ ਅੱਛੇ ਸਵਾਲ, ਇਹ ਮੇਰੇ ਖਿਆਲ ਕਿਸੇ ਗਿਆਨੀਆਂ ਦੇ ਸਵਾਲ ਨੇ ਜਾਂ ਆਮ ਬੰਦਿਆਂ ਦੇ, ਮੈਨੂੰ ਨਹੀਂ ਪਤਾ, ਲੇਕਿਨ ਸ਼ੁਕਰ ਹੈ ਕਿ ਪ੍ਰਭੂ ਦਾ ਵਚਨ ਹੀ ਜਵਾਬ ਦੇ ਰਿਹਾ, ਅਸੀਂ ਤਾਂ ਕੁਛ ਨਹੀਂ। ਬਿਲਕੁਲ, ਆਪਾਂ ਇੱਥੇ ਕੰਮ ਕਰਦੇ ਹਾਂ, ਕਾਫੀ ਲੰਬਾ ਹੋ ਗਿਆ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਪੜ੍ਹਿਆ, ਸੁਣਿਆ, ਸਮਝਿਆ ਗਿਆ, ਉਹ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਆਪ ਦੇ ਕੰਮਾਂ ਦੇ ਲਈ ਤਿਆਰ ਹੋ ਜਾਈਏ ਪਰਮੇਸ਼ਰ ਪਿਤਾ, ਤੇ ਅਸੀਂ ਇਸ ਉਲਝਣ ਦੇ ਵਿੱਚ, ਇਸ ਵਾਦ ਵਿਵਾਦ, ਇਸ ਬਹਿਸ ਦੇ ਵਿੱਚ ਨਾ ਪਈਏ ਪਰਮੇਸ਼ਰ ਪਿਤਾ। ਇੱਥੇ ਬੋਲਣੀ ਆ ਬੋਲਣਾ, ਨਹੀਂ ਬੋਲਣਾ ਪਰਮੇਸ਼ਰ ਪਿਤਾ, ਇਸ ਦੇ ਲਈ ਆਪ ਦੀ ਬਰਕਤ ਚਾਹੁੰਦੇ ਹਾਂ। ਇੱਕ ਭੈਣ ਭਰਾ ਨੂੰ ਪਰਮੇਸ਼ਰ ਪਿਤਾ ਇਸ ਵਚਨ ਦੁਆਰਾ ਗੱਲਬਾਤ ਕਰੋ, ਉਹਨਾਂ ਦੇ ਸਵਾਲਾਂ ਦੇ ਉਹਨਾਂ ਨੂੰ ਜਵਾਬ ਮਿਲਣ ਪਰਮੇਸ਼ਰ ਪਿਤਾ, ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ, ਔਰ ਆਪ ਦਾ ਸਾਰਾ ਜਲਾਲ ਮਹਿਮਾ ਆਪ ਨੂੰ ਦਿੰਦੇ ਹਾਂ, ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਪ੍ਰੋਟੈਕਟ ਕਰਦੇ ਹਾਂ, ਔਰ ਇਹ ਸਭ ਕੁਝ ਮੰਗਦੇ ਹਾਂ ਆਪਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ।